ਨੇੜੇ ਹੁੰਨੇ ਆ ਕਿਸੇ ਬਿਮਾਰੀ ਨੂੰ ਠੀਕ ਕਰਨ ਦੇ, ਪਰ ਫਿਰ ਕਹਿੰਦੇ ਆ ਵੀ ਆਰਾਮ ਤਾਂ ਆਉਂਦਾ ਨਹੀਂ ਪਿਆ ਕਿਉਂਕਿ ਮਨ ਭਟਕਦਾ ਨਾ ਸਾਡਾ। ਅਸੀਂ ਕਹਿੰਦੇ ਸਾਡਾ ਇੱਥੇ ਤਾਂ ਇਲਾਜ ਹੁੰਦਾ ਨਹੀਂ ਪਿਆ, ਚਲੋ ਕਿਸੇ ਹੋਰ ਤੇ ਟਰਾਈ ਕਰ ਲੈਂਦੇ ਆ। ਤਾਂ ਸਾਡਾ ਕੋਈ ਰਿਸ਼ਤੇਦਾਰ ਆ ਕੇ ਕਹਿੰਦਾ ਅੱਛਾ ਤੁਸੀਂ ਠੀਕ ਨਹੀਂ ਹੋਏ, ਮੈਨੂੰ ਤਾਂ ਉਹਦੇ ਤੋਂ ਬੜਾ ਛੇਤੀ ਆਰਾਮ ਆ ਗਿਆ, ਚਲੋ ਤੁਸੀਂ ਮੇਰੇ ਵਾਲੇ ਡਾਕਟਰ ਕੋਲ ਜਾ ਕੇ ਦੇਖੋ। ਤੇ ਅਸੀਂ ਇਹਨਾਂ ਚੱਕਰਾਂ ਦੇ ਵਿੱਚ ਆਪਣੀ ਬਿਮਾਰੀ ਨੂੰ ਠੀਕ ਹੀ ਨਹੀਂ ਹੋਣ ਦਿੰਦੇ। ਹੁਣ ਜੇ ਸ਼ੂਗਰ ਕਿਸੇ ਨੂੰ ਪਹਿਲੀ ਵਾਰ ਡਾਇਗਨੋਸ ਹੋਈ ਹੈ, ਕਿਹੜੇ ਸਟੈਪ ਦੇ ਥਰੂ ਤੁਸੀਂ ਉਹਨਾਂ ਨਾਲ ਡੀਲ ਕਰਦੇ ਆ, ਕਿਵੇਂ ਉਹਨਾਂ ਨੂੰ ਦੱਸਦੇ ਆ ਕਿ ਆਪਣਾ ਖਿਆਲ ਕਿਵੇਂ ਰੱਖਣਾ ਤੇ ਉਹ ਡਾਇਬੀਟੀ ਨੂੰ ਕੰਟਰੋਲ ਕਿਵੇਂ ਕਰਨਾ? ਮੋਸਟ ਆਫ ਦੀ ਟਾਈਮ ਕਿਸ ਤਰ੍ਹਾਂ ਇਹਨੂੰ ਤੁਹਾਡਾ ਜਿਹੜਾ ਪਹਿਲਾ ਕੰਟੈਕਟ ਹੈ, ਤੁਹਾਨੂੰ ਉਹਨਾਂ ਨੇ ਸਿੰਪਟਮ ਪੁੱਛਣੇ ਵੀ ਤੁਹਾਨੂੰ ਪਿਸ਼ਾਬ ਤੇ ਨਹੀਂ ਜ਼ਿਆਦਾ ਆਉਂਦਾ, ਭੁੱਖ ਤੇ ਨਹੀਂ ਜ਼ਿਆਦਾ ਲੱਗਦੀ, ਭੁੱਖ ਤੁਹਾਡਾ ਭਾਰ ਵਧਿਆ ਤੇ ਨਹੀਂ, ਭਾਰ ਘਟਿਆ ਤੇ ਨਹੀਂ, ਤੁਹਾਨੂੰ ਤੁਹਾਡੀ ਵਿਜ਼ਨ 'ਚ ਤੁਹਾਨੂੰ ਫਰਕ ਤੇ ਨਹੀਂ ਪੈ ਰਿਹਾ, ਕੋਈ ਨਮਨੈਸ ਤੇ ਨਹੀਂ ਹੋ ਰਹੀ। ਤੁਸੀਂ ਟੈਸਟ ਕਰ ਬੈਠੇ ਹੋ ਘਰ ਤੇ ਤੁਹਾਡੀ ਜਿਹੜੀ ਹੈ ਨਾ ਸ਼ੂਗਰ, ਤੁਹਾਡੀ ਮਸ਼ੀਨ ਸੀ ਘਰ ਦੇ ਵਿੱਚ ਕਿਸੇ ਫੈਮਿਲੀ ਮੈਂਬਰ ਦੀ, ਤੁਸੀਂ ਚੈੱਕ ਕਰ ਲਈ ਤੁਹਾਡਾ ਸ਼ੂਗਰ ਵੱਧ ਗਈ। ਤੁਹਾਨੂੰ ਜਿਹੜੀ ਹੈ ਨਾ ਤੁਹਾਡੀ ਫਾਸਟਿੰਗ ਸ਼ੂਗਰ ਸਮਝ ਲਓ ਵੀ ਰਫ ਨੰਬਰ ਲਈ ਹੈ ਕਿ 6 ਦੇ ਨੇੜੇ ਤੇੜੇ, ਆਮ ਤੌਰ ਤੇ 5.8 ਕਹਿ ਰਹੇ ਨੇ, 6 ਦੇ ਨੇੜੇ ਤੁਸੀਂ ਕਹਿਣਾ ਵੀ ਮੈਨੂੰ ਤੇ ਪ੍ਰੋਬਲਮ ਆ ਗਈ। ਉਸ ਤੋਂ ਬਾਅਦ ਤੁਹਾਡਾ ਉਹਨਾਂ ਨੇ ਪ੍ਰੋਫਾਈਲ ਬਣਾਉਣਾ ਵੀ ਤੁਹਾਡਾ ਹਾਈਟ, ਤੁਹਾਡੀ ਵੇਟ, ਤੁਹਾਡਾ ਬਾਡੀ ਦੀ ਬਣਤਰ, ਉਸ ਤੋਂ ਬਾਅਦ ਤੁਹਾਡੀ ਹਿਸਟਰੀ ਲੈ ਕੇ, ਫੈਮਿਲੀ ਹਿਸਟਰੀ ਲੈ ਕੇ ਸਾਰੀ ਇਨਫੋਰਮੇਸ਼ਨ ਉਹ ਕਲੈਕਟ ਕਰਨੀ ਹੈ। ਪਰ ਜਿਹੜੀ ਪੁੜੀ ਹੁੰਦੀ ਹੈ, ਫॉर ਐਗਜ਼ਾਮਪਲ ਕਿ ਤੁਹਾਨੂੰ ਕਿਸੇ ਨੇ ਪੁੜੀ ਬਣਾਤੀ, ਉਹਦੇ ਵਿੱਚ ਚਿੱਟਾ ਜਿਹਾ ਕੋਈ ਚੀਜ਼ ਪਾਈ ਹੈ, ਤੁਹਾਨੂੰ ਕੀ ਪਤਾ ਕੀ ਪਾਇਆ, ਤੁਸੀਂ ਖਾਧੀ, ਉਹਦੇ ਨਾਲ ਸ਼ੂਗਰ ਜਾਂ ਇੱਕਦਮ ਘਟ ਗਈ ਜਾਂ ਵੱਧਦੀ, ਜਾਂ ਹੋ ਸਕਦਾ ਵੀ ਉੱਦਾਂ ਹੀ ਕੁਦਰਤ ਵੱਲੋਂ ਵੀ ਤੁਹਾਡੇ ਦਿਮਾਗ 'ਤੇ ਅਸਰ ਪੈ ਗਿਆ ਵੀ ਤੁਸੀਂ ਠੀਕ ਹੋ ਗਏ। ਸੋ ਉਹ ਜਿਹੜੀਆਂ ਗੱਲਾਂ ਨੇ ਨਾ ਸਾਂਝਾ ਟੀਵੀ ਦੇਖਦੇ ਸਾਰੇ ਦਰਸ਼ਕਾਂ ਨੂੰ ਅਰਸ਼ਦੀਪ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਹੈਲਥ ਸ਼ੋ ਦੇ ਵਿੱਚ ਅਸੀਂ ਲਗਾਤਾਰ ਵੱਖ-ਵੱਖ ਬਿਮਾਰੀਆਂ ਦੇ ਬਾਰੇ ਗੱਲਬਾਤ ਕਰਦੇ ਹਾਂ। ਅਸੀਂ ਪਿਛਲੇ ਦਿਨਾਂ ਦੇ ਵਿੱਚ ਡਾਇਬੀਟੀਜ਼ ਦੇ ਬਾਰੇ ਗੱਲ ਕੀਤੀ ਸੀ, ਸ਼ੂਗਰ ਦੇ ਰੋਗ ਬਾਰੇ ਗੱਲ ਕੀਤੀ ਸੀ, ਉਹਦੇ ਮਲਟੀਪਲ ਐਪੀਸੋਡਸ ਕੀਤੇ ਸੀ ਕਿ ਕਿੱਥੋਂ ਸਟਾਰਟ ਹੁੰਦੀ ਹੈ, ਟਾਈਪ 1 ਕੀ ਹੁੰਦੀ ਹੈ, ਟਾਈਪ 2 ਕੀ ਹੁੰਦੀ ਹੈ, ਕਿਸ ਤਰ੍ਹਾਂ ਦੇ ਨਾਲ ਇਲਾਜ ਕੀਤਾ ਜਾ ਸਕਦਾ, ਕਿਹੜੇ ਸਟੈਪ ਨੇ। ਪਰ ਅਜੇ ਵੀ ਬਹੁਤ ਸਾਰੇ ਸਵਾਲ, ਤੁਹਾਡੇ ਸਵਾਲ ਸਾਡੇ ਤੱਕ ਪਹੁੰਚ ਰਹੇ ਨੇ। ਅੱਜ ਉਹਨਾਂ ਸਵਾਲਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਤੇ ਹੋਰ ਐਂਗਲ ਜੋੜਨ ਦੀ ਕੋਸ਼ਿਸ਼ ਕਰਾਂਗੇ। ਇੰਟਰਨੈਟ ਦੇ ਉੱਤੇ ਬਿਮਾਰੀਆਂ ਦਾ ਇਲਾਜ ਹੁੰਦਾ ਪਿਆ ਹੁੰਦਾ ਕਿ ਆਹ ਇਲਾਜ ਹੈ, ਇਹ ਇਲਾਜ ਕਰ ਲਓ, ਤੇ ਅਸੀਂ ਕਈ ਵਾਰ ਡਾਕਟਰ ਕੋਲ ਨਹੀਂ ਜਾਂਦੇ। ਕੀ ਕਰਨਾ ਚਾਹੀਦਾ, ਡਾਕਟਰ ਕੋਲ ਕਦੋਂ ਜਾਣਾ ਚਾਹੀਦਾ? ਕਈ ਡਾਕਟਰ ਹੁੰਦੇ ਆ 20 ਸਾਲ ਬਿਮਾਰੀ ਹੋਵੇ, 20 ਸਾਲ ਪੁਰਾਣੀ ਬਿਮਾਰੀ ਹੋਵੇ, ਇਲਾਜ ਸਾਡੇ ਕੋਲ ਹੈਗਾ। ਚਾਹੇ ਜਿੰਨੀ ਮਰਜ਼ੀ ਬਿਮਾਰੀ ਪੁਰਾਣੀ ਹੋਵੇ, ਸਾਡੇ ਕੋਲ ਇਲਾਜ ਹੈਗਾ। 450 ਤੱਕ ਜੇ ਤੁਹਾਡੀ ਸ਼ੂਗਰ ਆਉਂਦੀ ਹੈ ਤਾਂ ਵੀ ਸਾਡੇ ਕੋਲ ਇਲਾਜ ਹੈਗਾ, ਘਰੇ ਤੁਹਾਡੇ ਇਲਾਜ ਹੈਗਾ। ਕੀ ਇਹਨਾਂ ਸਾਰੀਆਂ ਗੱਲਾਂ ਤੇ ਸਾਨੂੰ ਵਿਸ਼ਵਾਸ ਕਰ ਲੈਣਾ ਚਾਹੀਦਾ, ਯਕੀਨ ਕਰ ਲੈਣਾ ਚਾਹੀਦਾ, ਜਾਂ ਫਿਰ ਲਗਾਤਾਰ ਇਹ ਸੋਚ ਕੇ ਕਿ ਡਾਇਬੀਟੀਜ਼ ਹੈਗੀ ਹੈ, ਰਹਿਣੀ ਆ ਹੁਣ, ਪਰ ਇਹਨੂੰ ਅਸੀਂ ਕੰਟਰੋਲ ਕਿਸ ਤਰ੍ਹਾਂ ਦੇ ਕਰਨਾ? ਜਿਵੇਂ ਹਰ ਵਾਰ ਡਾਕਟਰ ਗੁਲਜ਼ਾਰ ਚੀਮਾ ਸਾਨੂੰ ਦੱਸਦੇ ਆ ਕਿ ਜੇ ਤੁਹਾਨੂੰ ਡਾਇਬੀਟੀਜ਼ ਹੋ ਗਈ, ਤੁਹਾਨੂੰ ਇਹਦੇ ਨਾਲ ਰਹਿਣਾ ਪੈਣਾ ਤੇ ਇਹਨੂੰ ਕੰਟਰੋਲ ਕਰਨਾ ਪੈਣਾ। ਹੁਣ ਇਹ ਕਿਹੜੇ ਜਿਹੜੇ ਸਾਡੇ ਤੱਕ ਸਟੈਪਸ ਲੈ ਕੇ ਆ ਰਹੇ ਨੇ, ਇਹਦੇ ਬਾਰੇ ਜਾਣਾਂਗੇ। ਇਸ ਤੋਂ ਪਹਿਲਾਂ ਕਿ ਅਸੀਂ ਹੋਰ ਗੱਲਾਂ ਕਰੀਏ, ਇਸ ਗੱਲਬਾਤ ਦੇ ਵਿੱਚ ਸ਼ਾਮਿਲ ਕਰ ਲੈਂਦੇ ਹਾਂ ਡਾਕਟਰ ਗੁਲਜ਼ਾਰ ਚੀਮਾ ਨੂੰ। ਡਾਕਟਰ ਚੀਮਾ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮਚ। 2-3 ਪ੍ਰੋਗਰਾਮ ਕੀਤੇ ਨੇ ਇਸ ਗੱਲ ਬਾਰੇ ਤੇ ਮੈਂ ਸਮਝਦਾ ਵੀ ਚੰਗੇ ਤਰੀਕੇ ਨਾਲ ਓਪਨਿੰਗ ਕੀਤੀ ਹੈ ਕਿ ਜਿਹੜੀ ਅਸੀਂ ਓਪੀਨੀਅਨ ਨਹੀਂ ਮੈਂ ਕਹਿ ਸਕਦਾ, ਇਹ ਕਨਵਰਸੇਸ਼ਨ ਹੈ। ਜੋ ਵੀ ਤੁਹਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਨੇ ਆ, ਜੋ ਵੀ ਅੱਜ ਦੇ ਟਾਈਮ ਦੇ ਵਿੱਚ ਅਵੇਲੇਬਲ ਹੈ, ਉਹ ਮੈਂ ਗੱਲ ਕਰਨਾ ਹੁੰਦਾ। ਦੂਸਰੀ ਗੱਲ ਜਿਹੜੀ ਹੈ ਨਾ, ਇਹ ਤੁਹਾਨੂੰ ਅਸੀਂ ਕੋਈ ਕੋਚ ਨਹੀਂ ਕਰਦੇ ਵੀ ਤੁਸੀਂ ਡਾਕਟਰ ਬਣਨਾ ਜਾਂ ਆਪਣੇ ਡਾਕਟਰ ਨੂੰ ਛੱਡਣਾ। ਤੁਹਾਡਾ ਜਿਹੜਾ ਪ੍ਰਾਇਮਰੀ ਸੋਰਸ ਆਫ ਇਨਫੋਰਮੇਸ਼ਨ ਉਹ ਤੁਹਾਡਾ ਫੈਮਿਲੀ ਡਾਕਟਰ ਜਾਂ ਤੁਹਾਡਾ ਪ੍ਰਾਇਮਰੀ ਕੇਅਰ ਫਿਜ਼ੀਸ਼ੀਅਨ ਹੈ। ਜਿਹੜੇ ਵੀ ਮੁਲਕ ਵਿੱਚ, ਕਈਆਂ ਮੁਲਕਾਂ ਵਿੱਚ ਇੰਟਰਨਲ ਮੈਡੀਸਨ ਵਾਲੇ ਇਹੋ ਕੰਮ ਕਰੀ ਜਾਂਦੇ ਨੇ, ਕਈਆਂ ਵਿੱਚ ਫੈਮਿਲੀ ਡਾਕਟਰ ਕਰਦੇ ਨੇ। ਕਈ ਲੋਕਾਂ ਨੇ ਫੈਮਿਲੀ ਮੈਡੀਸਨ ਕਰਕੇ ਨਾਲ ਡਾਇਬੀਟੀਜ਼ ਦਾ ਵੀ ਸਪੈਸ਼ਲ ਪ੍ਰੋਗਰਾਮ ਅਟੈਂਡ ਕੀਤੇ ਨੇ। ਕਈ ਇਹੋ ਜਿਹੇ ਨੇ ਫਿਜ਼ੀਸ਼ੀਅਨ ਜਿਨ੍ਹਾਂ ਨੇ ਕਿ ਨਾਲ ਡਾਇਟੀਸ਼ੀਅਨ ਦਾ ਵੀ ਕੋਰਸ ਕਰ ਲਿਆ, ਜਾਂ ਕਈ ਅਦਾਰੇ ਜਿੱਥੇ ਕਿ ਇਹ ਸਾਰਾ ਜਿਹੜਾ ਨਾ ਕੰਪਰੀਹੈਂਸਿਵ ਕੇਅਰ ਪ੍ਰੋਵਾਈਡ ਕੀਤੀ ਜਾਂਦੀ ਹੈ ਡਾਇਬੀਟੀਜ਼ ਬਾਰੇ। ਕਈ ਇਹੋ ਜਿਹੀਆਂ ਜਗ੍ਹਾ ਨੇ ਜਿੱਥੇ ਇਕੱਲੀ ਇਹ ਨਹੀਂ ਵੀ ਜਿਹੜੀ ਵੈਸਟਰਨ ਸਟਾਈਲ ਦੀ ਜਿਹੜੀ ਮੈਡੀਸਨ ਜਿਹੜੀ ਤਰੀਕਾ ਉਹ ਪਲਸ ਉਹ ਕੰਪਲੀਮੈਂਟਰੀ ਮੈਡੀਸਨ ਆਯੁਰਵੈਦਿਕ ਹੋਮਿਓਪੈਥਿਕ ਨਾਲ ਕੰਬਾਈਨ ਕਰਦੇ ਪਏ ਨੇ। ਕਈ ਇਹੋ ਜਿਹੀ ਜਗ੍ਹਾ ਨੇ ਜਿੱਥੇ ਕਿ ਤੁਸੀਂ
ਨਾਲ ਐਕਸਰਸਾਈਜ਼ ਪ੍ਰੋਗਰਾਮ ਨੇ, ਬਿਲਕੁਲ ਉਹ ਤੁਹਾਡੀ ਹੋਲਿਸਟਿਕ ਅਪਰੋਚ ਤੁਹਾਨੂੰ ਦਿਖਾ ਰਹੇ ਨੇ। ਸੋ ਸਾਰਿਆਂ ਦਾ ਜਿਹੜਾ ਰੋਲ ਬਣਦਾ ਹੈ ਡਾਇਬਟੀਜ਼ ਨੂੰ ਕੰਟਰੋਲ ਕਰਨ ਦੇ ਵਿੱਚ, ਕੋਈ ਇੱਕ ਜਿਹੜਾ ਕੋਈ ਸਪੈਸੀਫਿਕ ਜਿਹੜਾ ਨਾ ਤੁਸੀਂ ਕਹਿ ਨਹੀਂ ਸਕਦੇ ਵੀ ਜਿਹੜਾ ਇੱਕੋ ਹੀ ਜਿਹੜਾ ਇਨਸਾਨ ਹੈ ਇਹਨੂੰ ਇਹ ਤੁਹਾਨੂੰ ਇਨਫੋਰਮੇਸ਼ਨ ਪੂਰੀ ਦੇ ਸਕਦਾ। ਪਰ ਅਲਟੀਮੇਟਲੀ ਕਿਉਂਕਿ ਜਿਹੜੇ ਮੁਲਕ ਵਿੱਚ ਅਸੀਂ ਰਹਿ ਰਹੇ ਹਾਂ, ਕਿਸੇ ਨਾ ਕਿਸੇ ਨੇ ਰਿਸਪੌਂਸੀਬਲ ਹੋਣਾ। ਸੋ ਰਿਸਪੌਂਸੀਬਲ ਨਾ ਤੁਸੀਂ ਜੇ ਆਪਣੇ ਫੈਮਿਲੀ ਡਾਕਟਰ ਨਾਲ ਕਨੈਕਸ਼ਨ ਰੱਖੋਗੇ, ਉਹਨਾਂ ਨਾਲ ਗੱਲਬਾਤ ਕਰਦੇ ਰਹੋਗੇ, ਡਾਕੂਮੈਂਟੇਸ਼ਨ ਉਹ ਵੀ ਕਰੀ ਜਾਣ, ਤੁਸੀਂ ਵੀ ਕਰੀ ਜਾਓ, ਤੇ ਫਿਰ ਹੀ ਉਹਨਾਂ ਨੇ ਰਿਸਪੌਂਸੀਬਲ ਹੋਣਾ। ਜੇ ਤੁਸੀਂ ਉਹਨਾਂ ਨੂੰ ਸਪੋਜ਼ ਬਈ ਕੋਈ ਬੰਦਾ 6 ਮਹੀਨਿਆਂ ਬਾਅਦ ਆਉਂਦਾ, ਸਾਲ ਬਾਅਦ ਆਉਂਦਾ, ਤੇ ਫਿਰ ਤੁਸੀਂ ਹਸਪੀਟਲ ਜਾਓ, ਉਹਨਾਂ ਨੇ ਕਹਿਣਾ ਵੀ ਕਿਹੜਾ ਤੁਹਾਡਾ ਡਾਕਟਰ ਹੈ? ਮੇਰਾ ਡਾਕਟਰ ਹੈ, ਉਹਨੇ ਕਦੀ ਪੁੱਛਿਆ ਨਹੀਂ। ਸੋ ਤੁਹਾਨੂੰ ਆਪ ਜਾ ਕੇ ਤੁਹਾਡਾ ਵੀ ਫਰਜ਼ ਬਣਦਾ ਵੀ ਇਹ 2 ਵੇ ਕਮਿਊਨੀਕੇਸ਼ਨ ਹੈ ਕਿ ਈਵਨ ਕਿ ਡਾਕਟਰ ਦੀ ਰਿਸਪੌਂਸਿਬਿਲਿਟੀ ਇਨਫਾਰਮ ਕਰਨਾ, ਪਰ ਕੰਟੀਨਿਊਸ ਬੇਸਿਸ ਤੇ ਤੁਸੀਂ ਵੀ ਇਸ ਚੀਜ਼ ਨੂੰ ਨਾਲ ਜੋੜਨਾ। ਤਾਂ ਮੈਂ ਕਹਿ ਰਿਹਾ ਕਿਉਂਕਿ ਜਿਹੜੀ ਡਾਇਬਟੀਜ਼ ਦੀ ਗੱਲ ਹੈ ਨਾ, ਇਹ ਤੁਸੀਂ ਐਡਵਰਟਾਈਜ਼ਮੈਂਟ ਵੀ ਦੇਖਦੇ ਹੋ, ਸੁਣਦੇ ਹੋ, ਸ਼ਰਤੀਆ ਇਲਾਜ ਇਹ ਹੋ ਗਿਆ, ਉਹ ਹੋ ਗਿਆ, ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਨਾ, ਇਹ ਕਿਤੇ ਨਾ ਕਿਤੇ ਥੋੜ੍ਹਾ ਬਹੁਤਾ ਕੋਈ ਨਾ ਕੋਈ ਫਾਇਦਾ ਹੁੰਦਾ। ਤੇ ਹੋ ਸਕਦਾ ਵੀ ਜਿਨ੍ਹਾਂ ਨੂੰ ਫਾਇਦਾ ਹੋਣਾ ਉਹ ਆਲਰੇਡੀ ਆਪਣੇ ਆਪ ਹੀ ਉਹਨਾਂ ਨੇ ਇਹੋ ਜਿਹਾ ਕੰਮ ਕਰ ਲਿਆ, ਆਪਣੀ ਡਾਈਟ ਕੰਟਰੋਲ ਕਰ ਲਈ, ਵੇਟ ਕੰਟਰੋਲ ਕਰ ਲਿਆ, ਲਾਈਫ ਸਟਾਈਲ ਉਹਨਾਂ ਨੇ ਬਦਲਿਆ, ਉਹ ਠੀਕ ਹੋਣ ਵਾਲੇ ਹੀ ਸਨ। ਤੇ ਜਦੋਂ ਠੀਕ ਹੋਣ ਵਾਲੇ ਸੀ ਉਹ ਕਿਸੇ ਹੋਰ ਕੋਲ ਚਲੇ ਗਏ ਤਾਂ ਉਹਨਾਂ ਨੂੰ ਕਹਤਾ ਜੀ ਆਪਣੀ ਜਾ ਕੇ ਐਗਜ਼ਾਮਪਲ ਦਿਓ। ਸੋ ਦੂਸਰੀ ਗੱਲ ਹੁੰਦੀ ਹੈ ਜਿਹੜਾ ਵੀ ਪ੍ਰੋਫੈਸ਼ਨਲ ਇਸ ਚੀਜ਼ ਨੂੰ ਡੀਲ ਕਰਦਾ, ਜੇ ਉਹਦੀ ਅਕਾਊਂਟੇਬਿਲਿਟੀ ਨਹੀਂ ਹੈਗੀ ਤੇ ਫਿਰ ਤੁਹਾਡਾ ਹੀ ਉਹਦੇ 'ਚ ਨੁਕਸਾਨ ਹੋਣ ਦਾ ਡਰ ਹੈ। ਸੋ ਇਹ ਵੀ ਵੇਖਿਆ ਗਿਆ ਕਿ ਕਈ ਜਗ੍ਹਾ 'ਤੇ ਲੋਕੀ ਦੁਕਾਨਾਂ ਖੋਲ੍ਹਦੇ ਨੇ, ਫਿਰ ਉਹ ਭੱਜ ਜਾਂਦੇ ਨੇ, ਫਿਰ ਤੁਸੀਂ ਉਹਨਾਂ ਨੂੰ ਲੱਭ ਨਹੀਂ ਸਕਦੇ। ਫਿਰ ਹੁੰਦਾ ਕਈ ਵਾਰੀ ਜਿਹੜੀਆਂ ਮੈਡੀਸਨ ਤੁਹਾਨੂੰ ਦਿੰਦੇ ਨੇ, ਜੇ ਤੁਸੀਂ ਮੈਡੀਸਨ ਪੜ੍ਹ ਨਹੀਂ ਸਕਦੇ, ਉਹਦੇ ਵਿੱਚੋਂ ਤੁਹਾਨੂੰ ਜੇ ਹਰਬਲ ਮੈਡੀਸਨ ਵੀ ਨੇ ਉਹਦੇ ਵਿੱਚੋਂ ਪਤਾ ਤਾਂ ਹੋਏ ਵੀ ਕਿਹੜੀ ਚੀਜ਼ ਲੈ ਰਹੇ ਹੋ, ਤੇ ਉਹਨਾਂ ਡਾਕਟਰ ਨਾਲ ਫਾਲੋ ਅਪ ਕਰੋ। ਕੈਨੇਡਾ ਵਿੱਚ ਤਾਂ ਸਾਰਿਆਂ ਨੂੰ ਤੁਹਾਨੂੰ ਰਜਿਸਟਰ ਹੋਣਾ ਪੈਂਦਾ, ਆਪਣੀ ਤੁਹਾਨੂੰ ਗੱਲਬਾਤ ਸਾਰੀ ਦੱਸਣੀ ਪੈਂਦੀ ਹੈ। ਸੋ ਆਈ ਥਿੰਕ ਓਵਰਆਲ ਜਿਹੜਾ ਨਾ ਫਿਰ ਵੀ ਅਜੇ ਸਿਸਟਮ ਠੀਕ ਹੈ, ਤੇ ਸਾਨੂੰ ਚਾਹੀਦਾ ਇਹਦੇ ਵਿੱਚ ਹੀ ਆਪਾਂ ਰਹਿ ਕੇ ਗੱਲ ਕਰੀਏ। ਬਿਲਕੁਲ ਡਾਕਟਰ ਸਾਹਿਬ, ਤੁਸੀਂ ਬੜੇ ਵਧੀਆ ਤਰੀਕੇ ਨਾਲ ਦੱਸਿਆ ਹੈ ਕਿ ਸਾਨੂੰ ਕਈ ਵਾਰ ਅਸੀਂ ਨੇੜੇ ਹੁੰਨੇ ਆ ਕਿਸੇ ਬਿਮਾਰੀ ਨੂੰ ਠੀਕ ਕਰਨ ਦੇ, ਪਰ ਫਿਰ ਕਹਿੰਦੇ ਆ ਵੀ ਆਰਾਮ ਤਾਂ ਆਉਂਦਾ ਨਹੀਂ ਪਿਆ, ਕਿਉਂਕਿ ਮਨ ਭਟਕਦਾ ਨਾ ਸਾਡਾ। ਅਸੀਂ ਕਹਿੰਦੇ ਸਾਡਾ ਇੱਥੇ ਤਾਂ ਇਲਾਜ ਹੁੰਦਾ ਨਹੀਂ ਪਿਆ, ਚਲੋ ਕਿਸੇ ਹੋਰ ਤੇ ਟਰਾਈ ਕਰ ਲੈਂਦੇ ਆ। ਜਾਂ ਸਾਡਾ ਕੋਈ ਰਿਸ਼ਤੇਦਾਰ ਆ ਕੇ ਕਹਿੰਦਾ ਅੱਛਾ ਤੁਸੀਂ ਠੀਕ ਨਹੀਂ ਹੋਏ, ਮੈਨੂੰ ਤਾਂ ਉਹਦੇ ਤੋਂ ਬੜਾ ਛੇਤੀ ਆਰਾਮ ਆ ਗਿਆ, ਚਲੋ ਤੁਸੀਂ ਮੇਰੇ ਵਾਲੇ ਡਾਕਟਰ ਕੋਲ ਜਾ ਕੇ ਦੇਖੋ। ਤੇ ਅਸੀਂ ਇਹਨਾਂ ਚੱਕਰਾਂ ਦੇ ਵਿੱਚ ਆਪਣੀ ਬਿਮਾਰੀ ਨੂੰ ਠੀਕ ਹੀ ਨਹੀਂ ਹੋਣ ਦਿੰਦੇ। ਹੁਣ ਮੇਰੇ ਕੋਲ ਸਵਾਲ ਇੱਕ ਪਹੁੰਚਿਆ ਸੀ, ਇੱਕ ਪੇਸ਼ੈਂਟ ਉਹ ਕਹਿੰਦਾ ਹੈ ਕਿ ਮੈਂ ਸ਼ੂਗਰ ਮੈਨੂੰ ਹੈ ਨਹੀਂ ਸੀ, ਪਰ ਜਦੋਂ ਹੁਣੇ ਡਾਇਗਨੋਜ਼ ਹੋਈ ਹੈ, ਮੈਂ ਥੋੜਾ ਜਿਹਾ ਦੇਖਿਆ ਕਿ ਮੈਨੂੰ ਸਿੰਪਟਮਸ ਆ ਰਹੇ ਨੇ, ਤੇ ਮੈਨੂੰ ਡਾਇਗਨੋਜ਼ ਇਹ ਹੋਈ ਹੈ ਕਿ ਮੈਨੂੰ ਸ਼ੂਗਰ ਹੈ। ਹੁਣ ਜੇ ਸ਼ੂਗਰ ਕਿਸੇ ਨੂੰ ਪਹਿਲੀ ਵਾਰ ਡਾਇਗਨੋਜ਼ ਹੋਈ ਹੈ, ਕਿਹੜੇ ਸਟੈਪ ਦੇ ਥਰੂ ਤੁਸੀਂ ਉਹਨਾਂ ਨਾਲ ਡੀਲ ਕਰਦੇ ਆ, ਕਿਵੇਂ ਉਹਨਾਂ ਨੂੰ ਦੱਸਦੇ ਆ ਕਿ ਆਪਣਾ ਖਿਆਲ ਕਿਵੇਂ ਰੱਖਣਾ ਤੇ ਉਹ ਡਾਇਬੀਟੀ ਨੂੰ ਕੰਟਰੋਲ ਕਿਵੇਂ ਕਰਨਾ? ਦੇਖੋ ਮੈਂ ਨਾ ਇਹ ਤੁਹਾਨੂੰ ਬੜਾ ਸੋਹਣਾ ਸਵਾਲ ਹੈ ਜਿੰਨਾ ਵੀ ਤੁਹਾਨੂੰ ਭੇਜਿਆ, ਕਿ ਇਹ ਤੁਹਾਨੂੰ ਮੈਂ ਦੱਸਾਂਗਾ ਐਗਜ਼ੈਕਟਲੀ ਕਿ ਜੇ ਸਪੋਜ਼ ਵੀ ਕੋਈ ਪਰਸਨ ਜੇ ਕੋਈ ਮੇਰੇ ਆਫਿਸ ਵਿੱਚ ਆਉਂਦਾ ਜਾਂ ਕਿਸੇ ਹੋਰ ਆਫਿਸ ਵਿੱਚ ਜਾਂਦਾ ਜਾਂ ਕਿਸੇ ਨਾਲ ਵੀ ਡੀਲ ਕਰਦਾ ਪਿਆ, ਤੇ ਉਹ ਮੋਸਟ ਆਫ ਦੀ ਟਾਈਮ ਕਿਸ ਤਰ੍ਹਾਂ ਇਹਨੂੰ ਤੁਹਾਡਾ ਜਿਹੜਾ ਪਹਿਲਾ ਕੰਟੈਕਟ ਹੈ, ਤੁਹਾਨੂੰ ਉਹਨਾਂ ਨੇ ਸਿੰਪਟਮ ਪੁੱਛਣੇ ਵੀ ਤੁਹਾਨੂੰ ਪਿਸ਼ਾਬ ਤੇ ਨਹੀਂ ਜ਼ਿਆਦਾ ਆਉਂਦਾ, ਭੁੱਖ ਤੇ ਨਹੀਂ ਜ਼ਿਆਦਾ ਲੱਗਦੀ, ਭੁੱਖ ਤੁਹਾਡਾ ਭਾਰ ਵਧਿਆ ਤੇ ਨਹੀਂ, ਭਾਰ ਘਟਿਆ ਤੇ ਨਹੀਂ, ਤੁਹਾਨੂੰ ਤੁਹਾਡੀ ਵਿਜ਼ਨ 'ਚ ਤੁਹਾਨੂੰ ਫਰਕ ਤੇ ਨਹੀਂ ਪੈ ਰਿਹਾ, ਕੋਈ ਨਮਨੈਸ ਤੇ ਨਹੀਂ ਹੋ ਰਹੀ, ਤੁਹਾਡੇ ਪੈਰ ਤੇ ਨਹੀਂ ਸੌਂਦੇ, ਤੁਹਾਡੀ ਨੀਂਦ ਤੇ ਨਹੀਂ ਖਰਾਬ ਹੋ ਰਹੀ, ਮੂਡ ਤੇ ਨਹੀਂ ਖਰਾਬ ਹੋ ਰਿਹਾ, ਤੁਹਾਡਾ ਇੱਕਦਮ ਜਿਹੜਾ ਨਾ ਗੁੱਸਾ ਤੇ ਨਹੀਂ ਤੁਹਾਨੂੰ ਆਉਂਦਾ, ਤੁਸੀਂ ਕੰਸਨਟਰੇਟ ਨਹੀਂ ਕਰ ਸਕਦੇ, ਜਾਂ ਤੁਸੀਂ ਕਨਫਿਊਜ਼ ਹੁੰਦੇ ਆ ਸਵੇਰੇ ਉੱਠ ਕੇ, ਤੁਹਾਡੀ ਕਲੈਰਿਟੀ ਆਫ ਤੁਹਾਡਾ ਨਹੀਂ ਹੁੰਦਾ, ਤੁਹਾਡੇ ਵਿੱਚ ਜਿਹੜਾ ਨਾ ਮਾਈਂਡ ਕਲੀਅਰ ਨਹੀਂ ਹੁੰਦਾ, ਤੇ ਤੁਸੀਂ ਟੈਸਟ ਕਰ ਬੈਠੇ ਹੋ ਘਰ, ਤੇ ਤੁਹਾਡੀ ਜਿਹੜੀ ਹੈ ਨਾ ਸ਼ੂਗਰ, ਤੁਹਾਡੀ ਮਸ਼ੀਨ ਸੀ ਘਰ ਦੇ ਵਿੱਚ ਕਿਸੇ ਫੈਮਿਲੀ ਮੈਂਬਰ ਦੀ, ਤੁਸੀਂ ਚੈੱਕ ਕਰ ਲਈ ਤੁਹਾਡਾ ਸ਼ੂਗਰ ਵੱਧ ਗਈ, ਤੁਹਾਨੂੰ ਜਿਹੜੀ ਹੈ ਨਾ ਤੁਹਾਡੀ ਫਾਸਟਿੰਗ ਸ਼ੂਗਰ ਸਮਝ ਲਓ ਵੀ ਰਫ ਨੰਬਰ ਲਈ ਹੈ ਕਿ 6 ਦੇ ਨੇੜੇ ਤੇੜੇ, ਆਮ ਤੌਰ ਤੇ 5.8 ਕਹਿ ਰਹੇ ਨੇ, 6 ਦੇ ਨੇੜੇ ਤੁਸੀਂ ਕਹਿਣਾ ਵੀ ਮੈਨੂੰ ਤੇ ਪ੍ਰੋਬਲਮ ਆ ਗਈ। ਸੋ ਡਾਕਟਰ ਨੇ ਤੁਹਾਨੂੰ ਕਹਿਣਾ ਵੀ ਆ ਜਾਓ ਬੈਠੋ, ਪਹਿਲੀ ਵਾਰੀ ਤੁਹਾਨੂੰ ਇਨਫੋਰਮੇਸ਼ਨ ਜ਼ਿਆਦਾ ਦੇਣੀ ਪੈਂਦੀ ਇਹ ਸਾਰੇ ਸਿੰਪਟਮ, ਉਸ ਤੋਂ ਬਾਅਦ ਤੁਹਾਡਾ ਉਹਨਾਂ ਨੇ ਪ੍ਰੋਫਾਈਲ ਬਣਾਉਣਾ ਵੀ ਤੁਹਾਡਾ ਹਾਈਟ, ਤੁਹਾਡੀ ਵੇਟ, ਤੁਹਾਡਾ ਬਾਡੀ ਦੀ ਬਣਤਰ, ਉਸ ਤੋਂ ਬਾਅਦ ਤੁਹਾਡੀ ਹਿਸਟਰੀ ਲੈ ਕੇ, ਫੈਮਿਲੀ ਹਿਸਟਰੀ ਲੈ ਕੇ ਸਾਰੀ ਇਨਫੋਰਮੇਸ਼ਨ ਉਹ ਕਲੈਕਟ ਕਰਨੀ ਹੈ। ਉਹਦੇ ਵਿੱਚ ਤੁਹਾਨੂੰ ਪੁੱਛਣਾ ਕਿ ਨੈਚੁਰਲੀ ਪਹਿਲਾਂ ਵੀ ਤੁਹਾਨੂੰ ਕੋਈ ਕਿਡਨੀ ਦਾ ਇਸ਼ੂ ਤਾਂ ਨਹੀਂ ਹੈਗਾ, ਪਹਿਲਾਂ ਤੁਹਾਨੂੰ ਕੋਈ ਸਟ੍ਰੋਕ ਦੀ ਗੱਲ ਤਾਂ ਨਹੀਂ, ਤੁਹਾਨੂੰ ਕੋਈ ਕੈਂਸਰ ਦੀ ਟ੍ਰੀਟਮੈਂਟ ਤਾਂ ਨਹੀਂ ਚੱਲਦੀ ਪਈ, ਜਾਂ ਤੁਸੀਂ ਕੋਈ ਹੋਰ ਕੋਈ ਮੈਡੀਸਿਨ ਤਾਂ ਨਹੀਂ ਲੈ ਰਹੇ। ਤੇ ਅਸੀਂ ਜਿਹੜੇ ਲੋਕ ਹਾਂ, ਜਿਹੜੇ ਅਸੀਂ ਪੰਜਾਬੀ ਡਾਕਟਰ ਹਾਂ, ਅਸੀਂ ਸਾਰੇ, ਮੈਂ ਇਕੱਲਾ ਨਹੀਂ, ਸਾਰੇ ਉਹ ਇੱਕ ਜ਼ਰੂਰ ਨਾਲ ਸਵਾਲ ਪੁੱਛਦੇ ਹੁੰਦੇ ਨੇ ਵੀ ਤੁਸੀਂ ਕੋਈ ਦੇਸੀ ਮੈਡੀਸਨ ਤਾਂ ਨਹੀਂ ਲੈ ਰਹੇ, ਉਹ ਫਿਰ ਤੁਹਾਨੂੰ ਉਹਦੇ ਵਿੱਚੋਂ ਹਿਸਟਰੀ ਵਿੱਚੋਂ ਨੋਟ ਕਰ ਲਓ। ਤਾਂ ਦੇਸੀ ਮੈਡੀਸਨ ਦਾ ਇਹ ਨਹੀਂ ਮਤਲਬ ਵੀ ਕਿ
ਉਹ ਦਵਾਈਆਂ ਜੜੀਆਂ ਬੂਟੀਆਂ ਠੀਕ ਨਹੀਂ। ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਇਹ ਗੱਲ ਗਲਤ ਹੈ, ਠੀਕ ਉਹਨਾਂ ਵਿੱਚੋਂ ਕਾਫੀ ਕੰਮ ਕਰਦੀਆਂ, ਪਰ ਜਿਹੜੀ ਪੁੜੀ ਹੁੰਦੀ ਆ, ਫॉर ਐਗਜ਼ਾਮਪਲ ਕਿ ਤੁਹਾਨੂੰ ਕਿਸੇ ਨੇ ਪੁੜੀ ਬਣਾਤੀ, ਉਹਦੇ ਵਿੱਚ ਚਿੱਟਾ ਜਿਹਾ ਕੋਈ ਚੀਜ਼ ਪਾਈ ਹੈ, ਤੁਹਾਨੂੰ ਕੀ ਪਤਾ ਕੀ ਪਾਇਆ, ਤੁਸੀਂ ਖਾਧੀ, ਉਹਦੇ ਨਾਲ ਸ਼ੂਗਰ ਜਾਂ ਇੱਕਦਮ ਘਟ ਗਈ ਜਾਂ ਵੱਧਦੀ, ਜਾਂ ਹੋ ਸਕਦਾ ਵੀ ਉੱਦਾਂ ਹੀ ਕੁਦਰਤ ਵੱਲੋਂ ਵੀ ਤੁਹਾਡੇ ਦਿਮਾਗ 'ਤੇ ਅਸਰ ਪੈ ਗਿਆ ਵੀ ਤੁਸੀਂ ਠੀਕ ਹੋ ਗਏ। ਸੋ ਉਹ ਜਿਹੜੀਆਂ ਗੱਲਾਂ ਨੇ ਨਾ, ਉਹ ਤਾਂ ਠੀਕ ਨਹੀਂ ਹੈਗੀਆਂ, ਉਹ ਤੁਸੀਂ ਉਹਨੂੰ ਡਿਸਕਾਰਡ ਕਰਨਾ ਪੈਣਾ। ਸੋ ਪਹਿਲੀ ਵਿਜ਼ਿਟ ਵਿੱਚ ਇਹ ਕੰਮ ਹੋਣਾ, ਫਿਰ ਤੁਹਾਡੇ ਡਾਕਟਰ ਨੇ ਕਹਿਣਾ ਵੀ ਤੁਸੀਂ ਹੁਣ ਤੁਹਾਡਾ ਪੇਟੀ ਦਾ ਸਾਈਜ਼ ਇੱਕ ਬੜਾ ਇੰਪੋਰਟੈਂਟ ਚੀਜ਼ ਹੈ ਕਿ ਜਿਹੜਾ ਬਾਡੀ ਜਿਹੜਾ ਸਾਡਾ ਮੈਸ ਇੰਡੈਕਸ ਹੈ, ਉਹ ਸਾਡੇ ਲੋਕਾਂ ਵਿੱਚ ਸਾਊਥ ਏਸ਼ੀਅਨ ਭਾਈਚਾਰੇ ਵਿੱਚ ਗੱਲ ਨਹੀਂ ਪੂਰੀ ਬਣਦੀ। ਸੋ ਜਿਹੜਾ ਸਾਡਾ ਵੇਟ ਹੈ ਅਤੇ ਜਿਹੜਾ ਸਾਡਾ ਪੇਟੀ ਦਾ ਸਾਈਜ਼ ਹੈ, ਬੰਦਿਆਂ ਵਿੱਚ 90, ਔਰਤਾਂ ਵਿੱਚ 80 ਸੈਂਟੀਮੀਟਰ, ਜਾਂ ਜਿਹੜਾ ਇੰਟਰਾ ਐਬਡੋਮੀਨਲ ਫੈਟ ਹੈ, ਇਹਨੂੰ ਮੇਜਰ ਕਰਨਾ, ਉਹ ਕੀ ਪਾਰਟ ਹੈ ਸ਼ੁਰੂ ਦੇ ਵਿੱਚ। ਫਿਰ ਤੁਹਾਡਾ ਇਹ ਵੇਖਣਾ, ਤੁਹਾਨੂੰ ਉਹਨਾਂ ਦੇਖਣਾ ਵੀ ਤੁਸੀਂ ਕਿਸ ਹਿਸਾਬ ਨਾਲ ਇਫੈਕਟ ਹੋ ਰਹੇ ਹੋ। ਫਿਰ ਤੁਹਾਡਾ ਨੈਕਸਟ ਜਿਹੜਾ ਸਟੈਪ ਹੈ ਕਿ ਇਹ ਸਾਰਾ ਕਰਨ ਦੇ ਬਾਅਦ ਫਿਰ ਤੁਹਾਨੂੰ ਉਹਨਾਂ ਨੇ ਪੇਪਰ ਦੇਣਾ ਵੀ ਤੁਸੀਂ ਇਹ ਟੈਸਟ ਕਿਹੜੇ ਕਰਾਣੇ ਨੇ। ਸੋ ਉਹਦੇ ਵਿੱਚੋਂ ਜਿਹੜੀ ਸਵਾਲ ਸੀ ਵੀ ਵੋਕੈਬਲਰੀ ਜਿਹੜੀ ਹੈ ਨਾ, ਡਾਇਬੈਟਿਕ ਪੇਸ਼ੈਂਟ ਨੂੰ ਇਹਦੀਆਂ ਕਈ ਗੱਲਾਂ ਦਾ ਨਾਂ ਆਉਣੇ ਚਾਹੀਦੇ ਨੇ। ਪਹਿਲੀ ਗੱਲ ਤਾਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਕੰਪਲੀਟ ਬਲੱਡ ਕਾਊਂਟ ਮੇਰਾ ਕਰਾ ਰਹੇ ਨੇ, CBC ਆਮ ਲੋਕੀ ਡਾਕਟਰ ਕਹਿਣਗੇ ਵੀ ਤੁਹਾਡਾ ਕਰਾ ਦਿੰਦੇ ਆ। ਪਿਸ਼ਾਬ ਦਾ ਟੈਸਟ ਕਰਾਉਣਾ, ਉਹਦੇ ਵਿੱਚ ਯੂਰਿਨ ਦੇਖਣੀ ਹੈ ਅਤੇ ਉਹਦੇ ਯੂਰਿਨ ਦੇ ਵਿੱਚ ਉਹਨਾਂ ਪ੍ਰੋਟੀਨ ਦੇਖਣੀ ਹੈ ਤੁਹਾਡੀ। ਪਹਿਲੇ ਟੈਸਟਾਂ ਦੀ ਗੱਲ ਕਰਦਾ। ਲਿਪਿਡ ਪ੍ਰੋਫਾਈਲ ਤੁਹਾਡਾ ਕਰਾਉਣਾ, ਲਿਪਿਡ ਪ੍ਰੋਫਾਈਲ, ਟੋਟਲ ਕੋਲੈਸਟਰੋਲ, ਮਾੜਾ ਕੋਲੈਸਟਰੋਲ ਅਤੇ ਜਿਹੜਾ ਚੰਗਾ ਕੋਲੈਸਟਰੋਲ ਉਹ ਕਰਾਉਣਾ, ਉਹਦੀ ਰੇਸ਼ੋ ਦੇਖਣੀ। ਉਸ ਤੋਂ ਇਲਾਵਾ ਜਿਹੜਾ ਨੈਕਸਟ ਹੈ ਤੁਹਾਡਾ ਥਾਇਰਾਇਡ ਦਾ ਟੈਸਟ ਵੀ ਨਾਲ ਕਰਾਉਣਾ ਚਾਹੀਦਾ, ਕਿਡਨੀ ਫੰਕਸ਼ਨਸ ਨਾਲ ਕਰਾਉਣੇ ਪੈਣੇ, GFR ਅਤੇ ਸੀਰਮ ਕ੍ਰੈਟਿਨਿਨ ਉਹ ਇਕੱਠਾ ਹੀ ਹੈ। ਉਹ ਤੁਹਾਨੂੰ ਡਾਕਟਰ ਆਮ ਤੇ ਹੁਣ ਟੈਂਪਲੇਟਸ ਬਣੀਆਂ ਨੇ ਜਿਹੜੇ ਵੀ ਡਾਇਬੈਟਿਕ ਪੇਸ਼ੈਂਟ ਨੇ, ਜਿਸ ਤਰ੍ਹਾਂ ਹੁਣ ਅਸੀਂ ਸਾਡੇ ਕੋਲ EMRs ਨੇ, ਹਰ ਵੈਂਡਰ ਨੇ ਜਿਹੜਾ ਨਾ ਉਹ ਤਿਆਰ ਕੀਤੇ ਨੇ ਟੈਂਪਲੇਟਸ ਵੀ ਸ਼ੂਗਰ ਵਾਸਤੇ ਆਹ ਚੀਜ਼ਾਂ ਕਰਾਉਣੀਆਂ ਪਹਿਲੀ ਵਿਜ਼ਿਟ 'ਤੇ, ਸੈਕਿੰਡ 'ਤੇ, ਥਰਡ 'ਤੇ। ਸੋ ਇਸ ਕਰਕੇ ਹੱਥ ਨਾਲ ਪਹਿਲਾਂ ਕੰਮ ਹੁੰਦਾ ਸੀ ਲਿਖਣ ਦਾ, ਹੁਣ ਤੇ ਆਲਰੇਡੀ ਉਹ ਪਾਪੂਲੇਟਡ ਨੇ ਸਾਰੇ। ਤੁਸੀਂ ਨਾ ਹੀ ਪਾਣਾ ਪੇਸ਼ੈਂਟ ਦਾ, ਕਹਿਣਾ ਵੀ ਇਹ ਡਾਇਬੈਟਿਕ ਪੇਸ਼ੈਂਟ, ਉਹ ਸਾਰੀ ਇਨਫੋਰਮੇਸ਼ਨ ਪਹੁੰਚ ਜਾਂਦੀ ਹੈ। ਸੋ ਉਹ ਫਿਰ ਤੁਸੀਂ ਉਹਨਾਂ ਨੂੰ ਪ੍ਰਿੰਟ ਕਰਕੇ ਦੇਣਾ। ਫਿਰ ਪਹਿਲੀ ਵਾਰੀ ਜਿਹੜਾ ਨਾ ਟੈਸਟ ਤੋਂ ਬਾਅਦ ਤੁਹਾਨੂੰ ਪੇਸ਼ੈਂਟ ਨੂੰ ਕਾਲ ਕਰਕੇ ਉਹਨਾਂ ਨਾਲ ਥੋੜ੍ਹਾ ਟਾਈਮ ਸਪੈਂਡ ਕਰਨਾ ਪੈਣਾ, ਦੱਸ ਕੇ ਵੀ ਆਹ ਤੁਹਾਡਾ ਬੇਸਲਾਈਨ ਹੈ, ਅਤੇ ਬੇਸਲਾਈਨ ਜਿਹੜੀ ਤੁਹਾਡੀ ਫੈਸਟਿੰਗ ਸ਼ੂਗਰ ਕਿੰਨੀ ਹੈ ਅਤੇ ਹੀਮੋਗਲੋਬਿਨ A1C ਕਿੰਨੀ ਹੈ, ਇਹ ਕੀ ਪਾਰਟ ਹੈ ਜੀ। ਸੋ ਇਹਦੇ ਆ ਗਿਆ ਚੀਜ਼ਾਂ ਜਿਹੜੀਆਂ ਧਿਆਨ ਰੱਖਣੀਆਂ ਚਾਹੀਦੀਆਂ ਪਹਿਲੀ ਵਿਜ਼ਿਟ ਨੂੰ ਲੈ ਕੇ। ਫਿਰ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਅਲੱਗ-ਅਲੱਗ ਵਿਜ਼ਿਟ ਹੋਣਗੀਆਂ, ਪਹਿਲੀ ਵਿਜ਼ਿਟ, ਦੂਜੀ ਵਿਜ਼ਿਟ, ਤੀਜੀ ਵਿਜ਼ਿਟ 'ਚ ਅਲੱਗ-ਅਲੱਗ ਟੈਸਟ ਫੇਰ ਕਰਵਾਏ ਜਾਣਗੇ? ਇਹਦੇ ਵਿੱਚ ਹੋਣਾ ਜਦੋਂ ਤੁਹਾਡਾ ਬੇਸਲਾਈਨ ਹੋ ਗਿਆ, ਫॉर ਐਗਜ਼ਾਮਪਲ ਤੁਹਾਡੇ ਸਾਰੇ ਟੈਸਟ ਨਾਰਮਲ ਨੇ, ਸਿਰਫ ਤੁਹਾਡੀ ਸ਼ੂਗਰ ਬਾਰਡਰ ਲਾਈਨ ਹੈ, ਫਿਰ ਤੁਹਾਨੂੰ ਫਿਰ ਡਾਕਟਰ ਨੇ ਵਾਚ ਕਰਨਾ ਕਿ ਹੁਣ ਇਹਨਾਂ ਨੂੰ ਮੈਡੀਸਨ ਦੇਣ ਦੀ ਜ਼ਰੂਰਤ ਹੈ ਫਿਰ ਕਿ ਇਕੱਲਾ ਡਾਈਟ ਨਾਲ ਇਹਨਾਂ ਦਾ ਕੰਟਰੋਲ ਹੋਣਾ। ਸੋ ਕੰਬੀਨੇਸ਼ਨ ਟਰਾਈ ਕਰਨਾ, ਕਈ ਤਰ੍ਹਾਂ ਦੀਆਂ ਮੈਡੀਸਨਸ ਨੇ, ਕਿਉਂਕਿ ਜਦੋਂ ਤੁਸੀਂ ਟੈਸਟ ਕਰ ਲਿਆ ਉਹ ਜਿਹੜੇ ਮੈਡੀਸਨ ਹੈ ਨਾ ਉਸ ਬੇਸ 'ਤੇ ਡਿਸਾਈਡ ਹੋਣੀ ਆ। ਪਲੱਸ ਜਿਹੜਾ ਇਹ ਵੀ ਵੇਖਣਾ ਹੁੰਦਾ ਪਹਿਲਾਂ ਕਿ ਕਈ ਵਾਰੀ ਜਿਹੜੀਆਂ ਐਕਸਪੈਂਸਿਵ ਮੈਡੀਸਨਸ ਨੇ ਉਹ ਪਹਿਲੇ ਵਿੱਚ ਉਹ ਨਹੀਂ ਅਸੀਂ ਕਰਦੇ, ਕਿਉਂਕਿ ਨਹੀਂ ਲਿਖਦੇ, ਕਿਉਂਕਿ ਉਹ ਆਮ ਤੌਰ 'ਤੇ ਜਿੰਨੀਆਂ ਵੀ ਪ੍ਰੋਵਿੰਸ਼ੀਅਲ ਪਲਾਨ ਨੇ ਕੈਨੇਡਾ ਵਿੱਚ, ਸਾਰਿਆਂ ਦਾ ਤਾਂ ਮੈਂ 100% ਕਹਿ ਨਹੀਂ ਸਕਦਾ। BC ਦੀ ਜਿਹੜੀ ਪਲਾਨ ਹੈ ਉਹਦੇ ਵਿੱਚ ਡੈਫੀਨੇਟਲੀ ਕਈ ਮੈਡੀਸਨ ਨੇ ਉਹ ਕਵਰ ਨਹੀਂ ਕਰਦੇ ਪਹਿਲੇ ਵਿੱਚ। ਸੋ ਤੁਹਾਨੂੰ ਉਹ ਪਹਿਲੀਆਂ ਬੇਸਿਕ ਮੈਡੀਸਨ ਲਿਖ ਕੇ, ਜੇ ਤੁਹਾਡੀ ਬਾਡੀ ਨੂੰ ਉਹ ਟੋਲਰੇਟ ਨਹੀਂ ਕਰਦੀ ਜਾਂ ਤੁਹਾਡਾ ਸ਼ੂਗਰ ਨਹੀਂ ਕੰਟਰੋਲ ਹੋ ਰਹੀ, ਫਿਰ ਨੈਕਸਟ ਸਟੈਪ ਦੀਆਂ ਮੈਡੀਸਨ ਹੁੰਦੀਆਂ। ਸੋ ਤੁਹਾਡੇ ਸਵਾਲ ਦਾ ਜਵਾਬ ਹੈ ਕਿ ਸੈਕਿੰਡ ਵਿਜ਼ਿਟ ਕੀ ਕਰਨਾ। ਸੈਕਿੰਡ ਵਿਜ਼ਿਟ 'ਚ ਬਲੱਡ ਟੈਸਟ ਰਿਵਿਊ ਕਰਾਣੇ, ਆਪਣਾ ਇੱਕ ਪ੍ਰੋਫਾਈਲ ਤੁਸੀਂ ਬਣਾਉਣਾ, ਐਂਡ ਪ੍ਰੈਫਰੇਬਲੀ ਆ ਜਿਹੜਾ ਹੁਣ ਟਾਈਮ ਆ ਰਿਹਾ, ਸਮਾਂ ਜਿਹੜਾ ਨਾ ਡਾਕਟਰਾਂ ਲਈ ਵੀ ਔਖਾ ਅਤੇ ਪੇਸ਼ੈਂਟਸ ਵਾਸਤੇ ਵੀ ਔਖਾ। ਸੋ ਇਸ ਕਰਕੇ ਔਖਾ ਕਿ ਲੋਕਾਂ ਦੀ ਐਕਸਪੈਕਟੇਸ਼ਨ ਵੱਧ ਗਈਆਂ ਅਤੇ ਡਾਕਟਰਾਂ 'ਤੇ ਕੰਮ ਜਿਹੜਾ ਵੱਧ ਚੁੱਕਾ ਹੈ। ਸੋ ਤੁਹਾਨੂੰ ਚਾਹੀਦਾ ਵੀ ਤੁਸੀਂ ਆਪਣੀ ਵੀ ਇੱਕ ਨਾਲ ਫਾਈਲ ਤਿਆਰ ਕਰ ਲਓ ਘਰ, ਇੱਕ ਡਾਇਬਟੀਜ਼ ਦੀ, ਉਹਦੇ ਵਿੱਚ ਤੁਸੀਂ ਆ ਜਿਹੜਾ ਆਪਣਾ ਪ੍ਰੋਫਾਈਲ ਜਿਹੜਾ ਨਾ ਉਹਨੂੰ ਵਿੱਚ ਲਾ ਲਓ। ਉਹਦੇ ਵਿੱਚੋਂ ਇੱਕ ਲਿਸਟ ਬਣਾ ਲਓ ਵੀ ਪਹਿਲੀ ਵਾਰੀ ਇਹ ਟੈਸਟ ਕੀਤਾ ਸੀ, ਡਾਕਟਰ ਤੋਂ ਕਾਪੀ ਲੈ ਲਓ, ਕੋਈ ਪ੍ਰੋਬਲਮ ਨਹੀਂ, ਕੋਈ ਡਾਕਟਰ ਨਾ ਨਹੀਂ ਕਰਦਾ। ਕਈ ਹੁੰਦੇ, ਬਹੁਤ ਘੱਟ ਹੋਣਗੇ ਜਿਹੜੇ ਕੰਫਰਟੇਬਲ ਨਹੀਂ ਫੀਲ ਕਰਦੇ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਜਦੋਂ ਤੁਸੀਂ ਕੰਮ ਹੀ ਕਰਨਾ, ਠੀਕ ਕੰਮ ਕਰਦੇ ਪਏ ਜਾਂ ਇਨਫੋਰਮੇਸ਼ਨ ਪ੍ਰੋਵਾਈਡ ਕਰਨੀ ਹੈ, ਪੇਸ਼ੈਂਟ ਦੀ ਫਾਈਲ ਹੈ, ਉਹਨਾਂ ਦੀ ਮਰਜ਼ੀ ਹੈ, ਜਦੋਂ ਮਰਜ਼ੀ ਐਕਸੈਸ ਲੈਣ। ਪਰ ਜਦੋਂ ਤੁਸੀਂ ਐਕਸੈਸ ਲੈਣਾ ਫਿਰ ਤੁਹਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ
ਵੀ ਜਿਹੜੀ ਤੁਹਾਡੀ ਪਰਸਨਲ ਇਨਫੋਰਮੇਸ਼ਨ ਹੈ ਉਹ ਕਿਸੇ ਕੋਲ ਲੀਕ ਨਾ ਹੋਏ। ਜੇ ਤੁਸੀਂ ਬਾਹਰ ਜਾ ਕੇ ਸਭ ਨੂੰ ਵਿਖਾਈ ਜਾਣਾ ਤੁਹਾਡਾ ਉਹਦੇ 'ਤੇ ਡੇਟ ਆਫ ਬਰਥ ਤੇ ਉਹਦੇ ਵਿੱਚ ਤੁਹਾਡਾ ਪਰਸਨਲ ਕੇਅਰ ਨੰਬਰ ਹੈ। ਸੋ ਇਹ ਅਸੀਂ ਬੜੀਆਂ ਕਾਮਨ ਗਲਤੀਆਂ ਕਰਦੇ ਹਾਂ ਸਾਡੇ ਭਾਈਚਾਰੇ ਵਿੱਚ। ਇਹ ਗੱਲਾਂ ਮੈਂ ਤਾਂ ਕਰਨਾ ਪਿਆ, ਇਹਦੇ ਨਾਲ ਮੈਡੀਸਨ ਦਾ ਤਾਂ ਘੱਟ ਕਨੈਕਸ਼ਨ ਹੈ, ਪਰ ਜਿਹੜੀਆਂ ਦੂਜੀਆਂ ਸੋਸ਼ਲ ਜਿਹੜੇ ਐਸਪੈਕਟ ਨੇ ਬੀਇੰਗ ਪੇਸ਼ੈਂਟ ਉਹ ਬੜੇ ਖਤਰਨਾਕ ਹੋ ਜਾਂਦੇ। ਡਾਕਟਰ ਸਾਹਿਬ ਜਿਵੇਂ ਇੱਕ ਹੋਰ ਸਵਾਲ ਜਿਹੜਾ ਮੇਰੇ ਤੱਕ ਪਹੁੰਚਿਆ ਸੀਗਾ ਤਾਂ ਉਹ ਕਹਿੰਦੇ ਆ ਕਿ ਜਿਵੇਂ ਕਹਿ ਦਿੰਦੇ ਆ ਨਾ ਕਿ ਗੋਲੀ ਲੱਗ ਜਾਂਦੀ ਹੈ ਸ਼ੂਗਰ ਦੀ, ਵੀ ਬਈ ਹੁਣ ਤਾਂ ਤੁਹਾਨੂੰ ਸ਼ੂਗਰ ਦੀ ਗੋਲੀ ਲੱਗ ਗਈ ਆ, ਹੁਣੇ ਹਟਣੀ ਨਹੀਂ। ਸੋ ਉਹ ਗੋਲੀ ਹਟਾਉਣ ਦੇ ਲਈ ਕਹਿੰਦੇ ਮੈਂ ਐਡ ਦੇਖੀ ਤਾਂ ਮੈਂ ਉਸ ਡਾਕਟਰ ਦੇ ਕੋਲ ਚਲੀ ਗਈ। ਸੋ ਸੋਸ਼ਲ ਮੀਡੀਆ ਵੀ ਬਹੁਤ ਇੰਪੈਕਟ ਪਾਉਂਦਾ ਹੈ ਕਿ 3 ਦਿਨਾਂ ਦੇ ਵਿੱਚ ਗੋਲੀ ਛਡਾ ਦਾਂਗੇ ਜੀ, ਅਸੀਂ ਮਹੀਨੇ 'ਚ ਗੋਲੀ ਛਡਾ ਦਾਂਗੇ, ਪਰ ਉਹ ਕਹਿੰਦੇ ਆ ਕਿ ਈਵਨ ਮੇਰੀ ਸ਼ੂਗਰ ਜਿਹੜੀ ਆ ਉਹ ਵਰਸਟ ਹੋ ਗਈ ਆ। ਹੁਣ ਸੋਸ਼ਲ ਮੀਡੀਆ ਜਿਹੜਾ ਉਹ ਕੀ ਪਾਰਟ ਪਲੇ ਕਰ ਰਿਹਾ, ਤੇ ਨਾਲ ਅਸੀਂ ਇੰਟਰਨੈਟ ਦੀ ਵੀ ਗੱਲ ਕਰਾਂਗੇ। ਇੰਟਰਨੈਟ ਦੇ ਉੱਤੇ ਡਾਇਬੀਟੀਜ਼ ਦੇ ਬੜੇ ਇਲਾਜ ਦੱਸੇ ਹੋਏ ਹੁੰਦੇ ਨੇ, ਸੋ ਉਹ ਚੀਜ਼ਾਂ ਕਿੰਨੀਆਂ ਕਿ ਇੰਪੈਕਟ ਕਰਦੀਆਂ ਨੇ ਸਾਨੂੰ ਡਾਇਬੀਟੀਜ਼ ਦੇ ਪੇਸ਼ੈਂਟ ਨੂੰ? ਓਕੇ, ਇਹ ਤੇ ਹੋ ਗਿਆ। ਪਹਿਲਾਂ ਆਪਾਂ ਸੈਕੰਡ ਵਿਜ਼ਿਟ ਤੋਂ ਬਾਅਦ ਮੈਂ ਥੋੜਾ ਜਿਹਾ ਬੈਕਅਪ ਜਾ ਕੇ ਦੱਸਾਂ ਕਿ ਸੈਕੰਡ ਵਿਜ਼ਿਟ ਜਦੋਂ ਤੁਹਾਡੀ ਹੋ ਗਈ ਉਸ ਤੋਂ ਬਾਅਦ ਤੁਹਾਡੀ ਡਾਕਟਰ ਨੇ ਐਵਰੀ 3 ਮੰਥ ਤੁਹਾਡੀ ਵਿਜ਼ਿਟ ਜਿਹੜੀ ਹੈ ਨਾ ਐਸਟੈਬਲਿਸ਼ ਕਰ ਦੇਣੀ ਹੈ। ਉਹਨਾਂ ਤੁਹਾਨੂੰ ਤੁਸੀਂ ਜਾਣ ਤੋਂ ਪਹਿਲਾਂ ਆਪਣੀ ਅਪਾਇੰਟਮੈਂਟ ਆਪ ਬਣਾਓ। ਬੜਾ ਮੁਸ਼ਕਿਲ ਹੁੰਦਾ ਵੀ ਤੁਹਾਨੂੰ ਲੋਕ ਫੋਨ ਕਰੀ ਜਾਣ ਤੁਸੀਂ, ਕਿਉਂਕਿ ਇੱਕ ਤੇ ਲੋਕ ਸੈੱਲ ਫੋਨ ਆਪਣੇ ਬਦਲਦੇ ਨੇ, ਇੱਕ ਘਰ ਬਦਲ ਲੈਂਦੇ ਨੇ, ਇੱਕ ਉਹਨਾਂ ਦੀ ਇਹ ਨਹੀਂ ਪਤਾ ਹੁੰਦਾ ਵੀ ਅੱਜ ਕਿੱਥੇ ਨੇ ਤੇ ਅਗਲੇ ਮਹੀਨੇ ਕਿੱਥੇ ਹੋਣਾ। ਸੋ ਆਪਣਾ ਕੰਟੈਕਟ ਇਨਫੋਰਮੇਸ਼ਨ ਜ਼ਰੂਰ ਦੇ ਕੇ ਜਾਓ। ਇਹ ਸਾਰੀ ਪ੍ਰੋਬਲਮਸ ਕਾਮਨ ਹੈ ਸਾਡੀ ਕਮਿਊਨਿਟੀ ਵਿੱਚ, ਕੋਈ ਇੱਕ ਕੱਲੀ ਸਾਡੇ ਨਾਲ ਨਹੀਂ, ਵੀ ਸਾਡੇ ਆਫਿਸ ਦੇ ਵਿੱਚ ਸਾਰਿਆਂ ਦਾ ਇਹੋ ਇਸ਼ੂ ਆਉਂਦਾ। ਕਹਿੰਦੇ ਲੋਕੀ ਗੱਲ ਨਹੀਂ ਖੁੱਲ੍ਹ ਕੇ ਕਰਦੇ, ਮੈਂ ਤੇ ਕਰ ਦਿੰਦਾ। ਮੈਂ ਸਮਝਦਾ ਵੀ ਇਹਦੇ ਬਾਰੇ ਗੱਲ ਕਰਨੀ ਚਾਹੀਦੀ ਵੀ ਜਦੋਂ ਆਪਣੀ ਇਨਫੋਰਮੇਸ਼ਨ ਦਿੰਦੇ ਹੋ ਉਹਨੂੰ ਅਪਡੇਟ ਕਰੋ, ਤੁਹਾਡਾ ਫਰਜ਼ ਬਣਦਾ। ਤੁਸੀਂ ਫਿਰ ਜਦੋਂ ਆਪਣੀਆਂ ਵਿਜ਼ਿਟ ਸੈੱਟ ਕਰ ਲਈਆਂ, ਤੁਹਾਨੂੰ ਸਲਿੱਪ ਬਣਾ ਦੇਣੀ ਹੈ ਡਾਕਟਰ ਨੇ ਵੀ ਲੈਬ ਦੇ ਵਿੱਚ ਜਦੋਂ ਤੁਸੀਂ ਜਾਣਾ, ਉਹ ਤੁਹਾਡਾ ਹੀਮੋਗਲੋਬਿਨ A1C ਤੇ ਜਿਹੜਾ ਯੂਰਿਨ ਦਾ ਟੈਸਟ ਤੇ ਜੇ ਤੁਹਾਡੇ ਕਿਡਨੀ ਟੈਸਟ ਬਾਰਡਰ ਲਾਈਨ ਨੇ ਤੇ ਉਹ ਤੁਹਾਨੂੰ ਉਹਨਾਂ ਨੇ ਸਲਿੱਪ ਬਣਾ ਦੇਣੀ ਹੈ ਵੀ 3 ਮਹੀਨਿਆਂ ਬਾਅਦ ਤੁਸੀਂ ਟੈਸਟ ਕਰਾਉਂਦੇ ਰਹਿਣਾ। ਐਵਰੀ ਟਾਈਮ ਜਦੋਂ 3 ਮਹੀਨਿਆਂ ਬਾਅਦ ਤੁਸੀਂ ਟੈਸਟ ਕਰਾਉਂਦੇ ਹੋ, ਡਾਕਟਰ ਨੂੰ ਆਉਣ ਤੋਂ ਪਹਿਲਾਂ ਮਿਲਣ ਤੋਂ ਪਹਿਲਾਂ ਟੈਸਟ ਕਰਾ ਕੇ ਆਓ, ਤੇ ਜਦੋਂ ਜਾਣਾ ਉਹਨਾਂ ਕੋਲ ਟੈਸਟ ਹੋਣਗੇ ਤੁਹਾਡੇ ਨਾਲ ਬਹਿ ਕੇ ਗੱਲ ਕਰ ਸਕਦੇ ਨੇ। ਇਹ ਤਾਂ ਤੁਹਾਡੀ ਹੋ ਗਈ ਰੂਟੀਨ। ਗੱਲ ਆਉਂਦੀ ਹੈ ਰੂਟੀਨ ਦੇ ਵਿੱਚ ਅੜਚਨਾ ਦੀ। ਮੈਂ ਅੜਚਨਾ ਵਿੱਚ ਇੱਕ ਆਉਂਦੀ ਹੈ ਆ ਜਿਹੜਾ ਸੋਸ਼ਲ ਮੀਡੀਆ ਦਾ ਬੜਾ ਚੱਕਰ ਪੈ ਜਾਂਦਾ ਕਿ ਜੇ ਤੁਸੀਂ ਇਨਫੋਰਮੇਸ਼ਨ ਅਥੈਂਟਿਕ ਲੈਣੀ ਹੈ ਉਹ ਤਾਂ ਅਵੇਲੇਬਲ ਹੈਗੀ ਹੈ। ਕੋਈ ਵੀ ਜਿਹੜੀ ਗਵਰਨਮੈਂਟ ਦੀ ਹੈਲਥ ਦੀ ਸਾਈਟ ਹੈ ਜਾਂ ਕੋਈ ਫਿਜ਼ੀਸ਼ੀਅਨ ਨੇ ਜਿਹੜੀ ਰੈਗੂਲੇਟਡ ਸਾਈਟਸ ਨੇ ਜਾਂ ਮੇਜਰ ਕਲੀਨਿਕਸ ਨੇ ਜਾਂ ਮੇਜਰ ਆਰਗੇਨਾਈਜੇਸ਼ਨਸ ਨੇ, WHO ਹੈ, BC ਗਵਰਨਮੈਂਟ ਦੇ ਵਿੱਚ ਹਰ ਡਿਜ਼ੀਜ਼ ਦੇ ਵਿੱਚ ਉਹਨਾਂ ਨੇ ਇਨਫੋਰਮੇਸ਼ਨ ਸਾਡੀ ਭਾਸ਼ਾ ਵਿੱਚ ਪ੍ਰੋਵਾਈਡ ਕੀਤੀ ਹੈ, ਪੰਜਾਬੀ, ਹਿੰਦੀ। ਇਸ ਤੋਂ ਇਲਾਵਾ ਹੋਰ ਉਰਦੂ ਦੇ ਵਿੱਚ ਹੋਰ ਲੈਂਗੁਏਜ ਦੇ ਵਿੱਚ ਵੀ ਹੈਗੀਆਂ ਨੇ। ਇਹ ਅਕਰੋਸ ਦਾ ਕੰਟਰੀ ਜਿੱਥੇ ਜਿਹੋ ਜਿਹੀ ਪਾਪੂਲੇਸ਼ਨ ਹੈ ਉਹੋ ਜਿਹੀ ਜਿਹੜੀ ਇਹਨਾਂ ਗੱਲਬਾਤ ਲੋਕਾਂ ਨੂੰ ਅਵੇਲੇਬਲ ਹੈਗੀ ਹੈ। ਸੋ ਉਹ ਜਿਹੜੀ ਇਨਫੋਰਮੇਸ਼ਨ ਆ ਉਹਦਾ ਕੋਈ ਨੁਕਸਾਨ ਨਹੀਂ, ਉਹ ਤੋਂ ਪੜ੍ਹੋ, ਨੌਲੇਜ ਲਓ, ਉਹ ਤੋਂ ਸਮਝ ਕੇ ਅਗਲੀ ਵਾਰੀ ਜਾਣ ਤੋਂ ਪਹਿਲਾਂ ਸਵਾਲ ਜਿਹੜੇ ਨਾ ਚੰਗੀ ਤਰ੍ਹਾਂ ਤਿਆਰ ਕਰੋ, ਪੁੱਛੋ ਸਵਾਲ। ਤੇ ਇਹ ਕਿਉਂਕਿ ਹੁਣ ਪਿਛਲੇ 15 ਸਾਲਾਂ ਤੋਂ ਮੈਂ ਪ੍ਰੋਗਰਾਮ ਕਰਨਾ ਪਿਆ ਤੇ ਕਈ ਵਾਰੀ ਇਹ ਵੀ ਪ੍ਰੋਬਲਮ ਆਉਂਦੀ ਹੈ ਜਦੋਂ ਤੁਸੀਂ ਇਨਫੋਰਮੇਸ਼ਨ ਇਨਫ ਪ੍ਰੋਵਾਈਡ ਕਰ ਦਿੰਦੇ ਹੋ ਤੇ ਕਈ ਵਾਰੀ ਜਦੋਂ ਇਹ ਮਰੀਜ਼ ਜਾ ਕੇ ਡਾਕਟਰ A ਜਾਂ B ਨੇ C ਨਾਲ ਗੱਲ ਕਰਦਾ ਤੇ ਉਹ ਫਿਰ ਅਨਕੰਫਰਟੇਬਲ ਫੀਲ ਕਰ ਦਿੰਦੇ ਆ। ਉਹ ਕਹਿਣਗੇ ਮੈਨੂੰ ਸਵਾਲ ਕਿਉਂ ਪੁੱਛਦੇ ਪਿਓ? ਸਵਾਲ ਤੇ ਅਗਲੇ ਨੇ ਪੁੱਛਣਾ, ਬਿਮਾਰੀ ਉਹਨਾਂ ਦੀ ਹੈ, ਪਰ ਸਵਾਲ ਪੁੱਛਣ ਦਾ ਤੇ ਸਵਾਲ ਦੱਸਣ ਦਾ ਤਰੀਕਾ ਵੀ ਜਿਹੜਾ ਨਾ ਬੜਾ ਇੰਪੋਰਟੈਂਟ ਹੈ, ਕਿਉਂਕਿ ਜਿਹੜੀ ਇਹਦੇ ਵਿੱਚੋਂ ਕਮਿਊਨੀਕੇਸ਼ਨ ਦਾ ਇਸ਼ੂ ਬੜਾ ਹੁੰਦਾ। ਜਿਹੜਾ ਸੋਸ਼ਲ ਮੀਡੀਆ ਦੀ ਗੱਲ ਹੈ ਕਿ ਜਿਹੜਾ ਵੀ ਕਨੈਕਟਡ ਹੈ ਅਥੈਂਟਿਕ ਸਾਈਟ ਦੇ ਨਾਲ, ਡਾਇਬੈਟਿਕਸ ਦੀਆਂ ਹੰਡਰਡਸ ਆਫ ਸਾਈਟਸ ਨੇ, ਡਾਇਬੈਟਿਕ ਐਸੋਸੀਏਸ਼ਨ ਆਫ ਕੈਨੇਡਾ ਦੀਆਂ ਸਾਈਟ ਨੇ, BC ਦੀਆਂ ਸਾਈਟਸ ਨੇ, WHO ਦੀਆਂ ਸਾਈਟ ਨੇ, CDC ਦੀਆਂ ਸਾਈਟ ਨੇ, ਆਪਣੀਆਂ ਮੇਜਰ ਕਲੀਨਿਕਸ ਦੀਆਂ ਸਾਈਟਸ ਨੇ, ਇੰਡੀਆ ਦੇ ਜਿਹੜੀਆਂ ਮੈਡੀਕਲ ਇੰਸਟੀਚਿਊਟਸ ਦੀਆਂ ਸਾਈਟਸ ਨੇ, ਆਪਣੀਆਂ ਆਯੁਰਵੈਦਿਕ ਜਾਂ ਹੋਮਿਓਪੈਥਿਕ ਦੀਆਂ ਸਾਈਟਸ ਨੇ। ਸਾਰਾ ਕੁਝ ਕਲੀਅਰ ਤੁਹਾਡੀ, ਉੱਥੋਂ ਜਾ ਕੇ ਇਨਫੋਰਮੇਸ਼ਨ ਜਿੰਨੀ ਵੀ ਲੈ ਸਕਦੇ ਲਓ, ਕੋਈ ਨੁਕਸਾਨ ਨਹੀਂ। ਤੇ ਕਿਤੇ ਵੀ ਤੁਸੀਂ ਨੋਟ ਕਰੋਗੇ ਕੋਈ ਨਹੀਂ ਕਹੇਗਾ ਵੀ ਇਹ ਸ਼ਰਤੀਆ ਇਲਾਜ ਹੈ, ਤੁਹਾਨੂੰ ਮੈਂ 100% ਠੀਕ ਕਰ ਦੇਣਾ। ਉਹਨਾਂ ਕਹਿਣਾ ਵੀ ਦੱਸਣਗੇ ਵੀ ਤੁਸੀਂ ਸਾਡੇ ਨਾਲ ਚੱਲਣਾ ਤੇ ਅਸੀਂ ਤੁਹਾਡੇ ਨਾਲ ਚੱਲਾਂਗੇ। ਇਹ ਜਿਹੜਾ ਸ਼ੂਗਰ ਹੈ ਨਾ ਇਹ ਤੁਹਾਨੂੰ ਕੰਟਰੋਲ ਕਰਨੀ ਪੈਣੀ ਹੈ। ਸੋ ਜਿਹੜੀ ਵੀ ਸਾਈਟ ਤੇ ਤੁਹਾਨੂੰ ਸ਼ਰਤੀਆ ਇਲਾਜ ਦਾ ਕਹਿ ਰਹੇ ਨੇ ਉਹਦੇ ਵਾਸਤੇ ਤੁਹਾਡੇ ਕੋਲ ਇੱਕੋ ਹੀ ਹੈਗਾ ਮੌਕਾ, ਉਸੇ ਵੇਲੇ ਉਹਨੂੰ ਸ਼ਟ ਡਾਊਨ ਕਰ ਦਿਓ। ਉਹਨੂੰ ਤੁਸੀਂ ਇਨਫੋਰਮੇਸ਼ਨ ਜਦੋਂ ਉਹਨਾਂ ਕੋਲ ਮੰਗਦੇ ਹੋ ਤੁਸੀਂ ਉਹਨਾਂ ਨੂੰ ਐਕਚੁਅਲੀ ਉਹਨਾਂ ਨੂੰ ਸਰਟੀਫਿਕੇਸ਼ਨ ਦੇ ਰਹੇ ਹੋ ਵੀ ਤੁਸੀਂ ਠੀਕ ਠਾਕ ਹੋ,
ਫਿਰ ਤੁਸੀਂ ਜੇ ਵੇਖੋਗੇ ਆਪਣਾ ਟਾਈਮ ਸਪੈਂਡ ਕਰਦੇ ਪਏ ਤੁਹਾਡੇ ਮਨ 'ਚ ਡਾਊਟ ਹੋ ਜਾਂਦਾ ਕ੍ਰੀਏਟ। ਫਿਰ ਜਦੋਂ ਡਾਕਟਰ ਕੋਲ ਜਾਣਾ ਉੱਥੇ ਗੜਬੜ ਜੀ ਹੋ ਜਾਂਦੀ। ਫਿਰ ਤੁਹਾਡੇ ਮਨ ਦੇ ਵਿੱਚ ਹੋਣਾ ਵੀ ਇਹ ਡਾਕਟਰ ਤੇ ਪਤਾ ਨਹੀਂ ਇਹਨੇ ਤਾਂ ਮੇਰੇ ਨਾਲ ਗੱਲ ਨਹੀਂ ਕੀਤੀ, ਮੈਂ ਤਾਂ ਉੱਥੋਂ ਸਾਰੀ ਗੱਲ ਸਮਝ ਗਿਆ ਤੇ ਮੈਨੂੰ ਤੇ ਮੇਰੀ ਰਿਸ਼ਤੇਦਾਰ ਨੇ ਦੱਸਿਆ, ਮੇਰੇ ਪਿੰਡ ਤੋਂ ਫੋਨ ਆ ਗਿਆ, ਮੇਰੇ ਗੁਆਂਢੀ ਨੇ ਦੱਸਤਾ, ਮੇਰੇ ਰਿਸ਼ਤੇਦਾਰ ਨੇ ਦੱਸਤਾ ਵੀ ਸ਼ੂਗਰ ਕਿਉਂ ਨਹੀਂ ਠੀਕ ਹੋ ਰਹੀ, ਡਾਕਟਰ ਬਦਲ ਲਓ। ਫਿਰ ਇਹ ਨਹੀਂ ਵੀ ਡਾਕਟਰ ਨਹੀਂ ਬਦਲਣ ਦੀ ਜ਼ਰੂਰਤ, ਆਪਣਾ ਸੋਸ਼ਲ ਮੀਡੀਆ ਦਾ ਜਿਹੜਾ ਨਾ ਸਿਸਟਮ ਨੂੰ ਸ਼ਟ ਡਾਊਨ ਕਰੋ ਤੇ ਜਿਹੜਾ ਇਹ ਜਿਹੜੀ ਹੈਲਥ ਦੇ ਜਿਹੜਾ ਇਸ਼ੂ ਹੈ ਉਹ 'ਤੇ ਫੋਕਸ ਕਰਕੇ ਜਿਹੜੀਆਂ ਸਾਈਟਸ ਨੇ ਜਿਹੜੀਆਂ ਕਿ ਮੈਂ ਗੱਲ ਕੀਤੀ ਹੈ ਉਹਨਾਂ ਸਾਈਟਸ 'ਤੇ ਤੁਸੀਂ ਰਹੋ। ਤੇ ਬਾਕੀ ਹੈਗਾ ਕਿ ਮੋਸਟ ਆਫ ਦੀ ਪਲੇਸਿਸ ਵਿੱਚ ਇਹਦੇ ਵਾਸਤੇ ਐਸੋਸੀਏਸ਼ਨਸ ਬਣੀਆਂ, ਸੈਲਫ ਹੈਲਪ ਗਰੁੱਪਸ ਬਣੇ ਨੇ, ਇਹ ਗਵਰਨਮੈਂਟ ਦੀ ਇਹਨਾਂ ਨੂੰ ਫੰਡਿੰਗ ਆਉਂਦੀ ਹੈ। ਪ੍ਰੋਵਿੰਸ ਜਿਹੜਾ ਨਾ ਕਈ ਆਰਗੇਨਾਈਜੇਸ਼ਨਾਂ ਨੂੰ ਪੈਸੇ ਦਿੰਦਾ ਵੀ ਲੋਕਾਂ ਨੂੰ ਟ੍ਰੇਨ ਕਰੋ। ਪਰ ਨਾਲ ਇਹ ਵੀ ਦੱਸਾਂ ਵੀ ਡਾਕਟਰਾਂ ਨੂੰ ਵੀ ਜੇ ਉਹ ਮਰੀਜ਼ ਨੂੰ ਰੈਗੂਲਰਲੀ ਸ਼ੂਗਰ ਵਾਲੇ ਮਰੀਜ਼ ਨੂੰ ਵੇਖਦੇ ਨੇ BC ਵਿੱਚ, ਉਹਨਾਂ ਨੂੰ ਵੀ ਸਪੈਸ਼ਲ ਪੈਸੇ ਨਾਲ ਮਿਲਦੇ ਨੇ ਕਿ ਤੁਸੀਂ ਇਹਨਾਂ ਦੀ ਸਪੈਸ਼ਲ ਕੇਅਰ ਕਰਦੇ ਪਏ ਹੋ। ਸੋ ਕੰਮ ਤੇ ਹੈਗਾ ਨਾਲ ਸਾਰਾ, ਪਰ ਉਹਦਾ ਰਿਵਾਰਡ ਵੀ ਹੈਗਾ। ਪਰ ਮੋਸਟ ਇੰਪੋਰਟੈਂਟ ਰਿਵਾਰਡ ਹੈ ਕਿ ਜਿਹੜੀ ਤੁਸੀਂ ਮਰੀਜ਼ ਨੂੰ ਠੀਕ ਕਰਦੇ ਹੋ ਉਹਦੀ ਸ਼ੂਗਰ ਜਦੋਂ ਕੰਟਰੋਲ ਹੁੰਦੀ ਹੈ ਉਹਦਾ ਤੁਹਾਡੀਆਂ ਅੱਖਾਂ ਬਚਦੀਆਂ, ਤੁਹਾਡੀਆਂ ਕਿਡਨੀਜ਼ ਬਚਦੀਆਂ, ਤੁਸੀਂ ਸਟ੍ਰੋਕ ਤੋਂ ਬਚਦੇ ਹੋ, ਤੁਸੀਂ ਓਵਰਆਲ ਜਿਹੜਾ ਲੰਬੇ ਸਮੇਂ ਵਾਸਤੇ ਤੁਹਾਡੀ ਪ੍ਰੋਡਕਟਿਵਿਟੀ ਵੱਧਦੀ ਹੈ, ਡਿਸੇਬਿਲਟੀ ਦੇ ਇਸ਼ੂ ਘੱਟ ਹੁੰਦੇ ਨੇ, ਜਿਹੜਾ ਮਾਨਸਿਕ ਰੋਗਾਂ ਦਾ ਇਸ਼ੂ ਘੱਟ ਨਾਲ ਲੱਗਦਾ। ਸੋ ਇਹ ਜਿਹੜੀਆਂ ਗੱਲਾਂ ਨੇ ਨਾ ਇਹਦਾ ਓਵਰਆਲ ਜਿਹੜਾ ਫਾਇਦਾ ਬੜਾ। ਪਰ ਟੂ ਆਨਸਰ ਯੂਰ ਕੁਐਸਚਨ ਕਿ ਜੇ ਇਹਨਾਂ ਚੀਜ਼ਾਂ ਦਾ ਆਪਣੇ ਕਿਸੇ ਤਰੀਕੇ ਤੇ ਪਹੁੰਚਣਾ A to B C ਅੱਗੇ ਤੱਕ ਜਾਣਾ ਤੇ ਫਾਲੋ ਕਰਨਾ ਪੈਣਾ। ਜਦੋਂ ਤੁਸੀਂ ਵਿੱਚੋਂ ਟਰਨ ਸੱਜੇ ਖੱਬੇ ਲੈ ਗਏ, B ਨੂੰ ਛੱਡ ਕੇ ਚਲੇ ਗਏ ਪਿੰਡ ਵਾਲੇ ਪਾਸੇ, ਸਤਿਆਨਾਸ਼ ਕਰ ਦੇਣਾ ਤੁਸੀਂ। ਤੇ ਫਿਰ ਤੁਸੀਂ ਆ ਕੇ ਦੋ ਬੰਦਿਆਂ ਨੂੰ ਬਲੇਮ ਕਰਦੇ ਹੋ। ਸਭ ਤੋਂ ਪਹਿਲਾਂ ਤੁਸੀਂ ਫੈਮਿਲੀ ਡਾਕਟਰ ਦੇ ਦੁਆਲੇ ਹੁੰਦੇ ਹੋ, ਫਿਰ ਸੈਕੰਡ ਕਰਦੇ ਹੋ ਜਿਹਦੇ ਘਰ ਰਹਿ ਰਹੇ ਹੋ ਉਹਦੇ ਦੁਆਲੇ ਹੁੰਦੇ ਹੋ, ਤੀਜਾ ਫਿਰ ਜਾ ਕੇ ਤੁਸੀਂ ਫਿਰ ਹਸਪੀਟਲ ਵਿੱਚ ਜਾਣਾ ਤੇ ਉਹਨਾਂ ਨੇ ਕਹਿਣਾ ਵੀ ਤੁਹਾਨੂੰ ਪ੍ਰੋਬਲਮ ਕਿੱਦਾਂ ਆ ਗਈ। ਸੋ ਤੁਹਾਨੂੰ ਨਾ ਮੈਪ ਫੋਲੋ ਕਰਨਾ ਪੈਣਾ ਆ ਜੇ ਅਸੀਂ ਛੇਤੀ ਪਹੁੰਚਣਾ ਆ। ਸ਼ਾਰਟਕਟ ਜਿਹੜਾ ਉਹ ਅਪਣਾਉਣ ਦੀ ਲੋੜ ਨਹੀਂ ਹੈਗੀ। ਸੋ ਸੇਫ ਰਾਸਤਾ ਜਿਹੜਾ ਅਪਣਾਉਣਾ ਚਾਹੀਦਾ। ਜੇ ਸ਼ੂਗਰ ਹੋ ਹੀ ਗਈ ਹੈ ਉਹਨੂੰ ਕੰਟਰੋਲ ਕਿਵੇਂ ਕਰਨਾ, ਇਹ ਨਾ ਹੋਵੇ ਕਿ ਅਸੀਂ ਸ਼ੂਗਰ ਤੋਂ ਪਾਸੇ ਹੁੰਦੇ ਹੁੰਦੇ ਹੋਰ ਬਿਮਾਰੀਆਂ ਨੂੰ ਜਿਹੜਾ ਉਹ ਸੱਦਾ ਦੇ ਦਈਏ। ਤੇ ਨਾਲ ਇਹ ਵੀ ਹੈ ਕਿ ਬਹੁਤ ਸਾਰੇ ਲੋਕ ਮਿਸ ਵੀ ਕਰ ਦਿੰਦੇ ਹੋਣਗੇ। ਸੋ ਪਹਿਲੀ ਵਿਜ਼ਿਟ ਆਉਂਦੇ ਆ, ਦੂਜੀ ਵਿਜ਼ਿਟ ਆਉਂਦੇ ਆ, ਤੀਜੀ ਵਿਜ਼ਿਟ 'ਚ ਜਾਂ ਕਹਿ ਦਿੰਦੇ ਆ ਕਿ ਅਸੀਂ ਜਾਣਾ ਨਹੀਂ, ਜਾਂ ਅਸੀਂ ਕਹਿੰਦੇ ਠੀਕ ਹੋ ਗਏ, ਜਾਂ ਅਸੀਂ ਘਰੇ ਇਲਾਜ ਲੱਭ ਲੈਣਾ, ਜਾਂ ਅਸੀਂ ਸੋਸ਼ਲ ਮੀਡੀਆ ਤੇ ਦੇਖਿਆ ਸੀ ਕਿ ਆਹ ਰੋਜ਼ ਪੀਂਦੇ ਰਹੋ, ਆਹ ਚੀਜ਼ ਕਿਚਨ 'ਚੋਂ ਤੁਸੀਂ ਕੋਈ ਕਹਿ ਦਿੰਦਾ ਕੋਈ ਵੀ ਲੈਟਸ ਸਪੋਜ਼ ਕੋਈ ਲੈਮਨ ਜਾਂ ਕੁਛ ਵੀ ਤੁਸੀਂ ਹੋਮ ਰੈਮੇਡੀ ਜਿਹੜੀ ਉਹ ਪੀ ਲਓ, ਅਸੀਂ ਇਹ ਯੂਜ਼ ਕਰਨ ਲੱਗ ਗਏ ਆ, ਜਾਂ ਅਸੀਂ ਸ਼ੂਗਰ ਬਿਲਕੁਲ ਕੱਟ ਆਊਟ ਕਰਤੀ ਤੇ ਹੁਣ ਅਸੀਂ ਠੀਕ ਹੈਗੇ ਆ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਤੋਂ ਬਚਣਾ ਚਾਹੀਦਾ ਮੈਨੂੰ ਲੱਗਦਾ, ਤੇ ਸਿਰਫ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਟੈਸਟ ਜਿਹੜੇ ਨੇ ਉਹ ਲਗਾਤਾਰ ਕਰਵਾਉਣੇ ਚਾਹੀਦੇ। ਦੇਖੋ ਇਹਦੇ ਵਿੱਚੋਂ ਤੁਹਾਨੂੰ ਪ੍ਰੋਪਰ ਨੈਵੀਗੇਸ਼ਨ ਕਰਨੀ ਪੈਣੀ, ਤੁਹਾਨੂੰ ਇੱਕ ਰੋਡ ਮੈਪ ਕਰਨਾ ਪੈਣਾ, ਆਪਣੇ ਮਨ ਦੇ ਵਿੱਚ ਇਸ ਚੀਜ਼ ਦੀ ਪਲਾਨ ਬਣਾਉਣੀ ਪੈਣੀ ਹੈ ਕਿ ਮੈਂ ਆਹ ਗੱਲਾਂ ਫਾਲੋ ਅਪ ਕਰਨੀਆਂ। ਉਸ ਗੱਲਾਂ ਨੂੰ ਫਾਲੋ ਅਪ ਕਰਦੇ ਜਿਹੜਾ ਨਾ ਜੇ ਤੁਸੀਂ ਆਪਣੇ ਘਰ ਦੇ ਵਿੱਚ ਚੇਂਜਸ ਕੀਤੀਆਂ ਨੇ, ਕਿਚਨ ਦੇ ਵਿੱਚ ਖਾਣ ਪੀਣ ਦਾ ਸਮਾਨ ਬਦਲਿਆ, ਉਹ ਚੰਗੀ ਗੱਲ ਹੈ। ਜੇ ਤੁਹਾਨੂੰ ਕਿਸੇ ਨੇ ਕੋਈ ਚੰਗੀ ਗੱਲ ਦੱਸੀ ਹੈ ਤੁਸੀਂ ਉਹਦੇ ਮੋਡੀਫਿਕੇਸ਼ਨ ਕਰ ਲਈ, ਉਹ ਠੀਕ ਹੈ। ਪਰ ਜਦੋਂ ਤੁਸੀਂ ਮੋਡੀਫਿਕੇਸ਼ਨ ਖਾਣ ਵਿੱਚ ਕਰਤੀ, ਐਕਸਰਸਾਈਜ਼ ਕਰਤੀ, ਲਾਈਫ ਸਟਾਈਲ ਦੇ ਵਿੱਚ ਕਰਤੀ, ਆਪਣੇ ਸ਼ਰਾਬ ਪੀਣ ਦਾ ਘੱਟ ਕਰ ਦਿੱਤਾ, ਆਪਣਾ ਵੀਕਐਂਡ 'ਤੇ 10-10 ਵਾਰੀ ਸੇਮ ਮੀਲ ਖਾਈ ਜਾਣਾ ਉਹ ਵੀ ਘੱਟ ਕਰਤਾ, ਕੰਟਰੋਲ ਕਰ ਲਿਆ ਸਿਸਟਮ ਨੂੰ ਤੁਸੀਂ, ਤੇ ਫਿਰ ਤੁਹਾਡੇ ਡਾਕਟਰ ਨੇ ਆਪਣੇ ਆਪ ਹੀ ਕਹਿਣਾ ਵੀ ਦਵਾਈ ਆਪਾਂ ਬਦਲ ਲੈਂਦੇ ਹਾਂ ਜਾਂ ਘੱਟ ਕਰ ਦਿੰਦੇ ਹਾਂ। ਸੋ ਇਹ ਜਿਹੜਾ ਨਾ ਤੁਹਾਡਾ ਰਿਲੇਸ਼ਨਸ਼ਿਪ ਜਿਹੜਾ ਨਾ ਸ਼ੂਗਰ ਦੇ ਨਾਲ ਇਹ ਬੜਾ ਗਹਿਰਾ ਹੈਗਾ ਰਿਲੇਸ਼ਨਸ਼ਿਪ, ਐਡੀ ਜਲਦੀ ਨਹੀਂ ਜਾਣਾ। ਸੋ ਇਹਨੂੰ ਪਹਿਲੀ ਗੱਲ ਤੇ ਇਹਨੂੰ ਸਮਝਣਾ ਵੀ ਇਹ ਸ਼ੂਗਰ ਕਿਉਂ ਹੁੰਦੀ ਹੈ, ਸੈਕੰਡ ਹੈਗਾ ਵੀ ਇਹਨੂੰ ਐਕਸੈਪਟ ਕਰਨਾ, ਥਰਡ ਹੈਗਾ ਕਿ ਇਹਦੀ ਟ੍ਰੀਟਮੈਂਟ ਕਰਨੀ, ਚੌਥਾ ਹੈਗਾ ਵੀ ਫਾਲਤੂ ਚੱਕਰਾਂ 'ਚ ਨਹੀਂ ਪੈਣਾ, ਪੰਜਵਾਂ ਹੈਗਾ ਕਿ ਅਲਟੀਮੇਟਲੀ ਜਦੋਂ ਤੁਸੀਂ ਸਿੱਖ ਜਾਂਦੇ ਹੋ ਸਾਰੀਆਂ ਗੱਲਾਂ ਦੈਨ ਬਿਕਮ ਏ ਕੋਚ। ਫਿਰ ਤੁਸੀਂ ਆਪਣੀ ਫੈਮਿਲੀ ਦੇ ਵਿੱਚ ਜਾਂ ਆਪਣੀ ਆਰਗੇਨਾਈਜੇਸ਼ਨ 'ਤੇ ਇੱਕ ਰਿਸਪੌਂਸਿਬਿਲਟੀ ਲਓ ਕਿ ਮੈਂ ਅਗਲੇ 5 ਬੰਦਿਆਂ ਨੂੰ ਮੈਂ ਸ਼ੂਗਰ ਲਈ ਠੀਕ ਕਰਨਾ। ਉਹ ਕਿਸ ਤਰ੍ਹਾਂ ਕਰਨਾ? ਉਹਨਾਂ ਨੂੰ ਕਹਿਣਾ ਵੀ ਆਪਣੇ ਡਾਕਟਰ ਨਾਲ ਫਾਲੋ ਕਰੋ, ਮੈਂ ਆਹ ਗੱਲਾਂ ਕੀਤੀਆਂ ਨੇ ਤੁਸੀਂ ਇਹ ਕਰੋ। ਅਸੀਂ ਬੜੇ ਪ੍ਰੋਗਰਾਮ ਕੀਤੇ ਨੇ ਆਨਲਾਈਨ ਹੈਲਥ ਨੈਟਵਰਕ UBC ਦੇ ਥਰੂ, ਸਾਡੇ ਕੋਲ ਹੰਡਰਡਸ ਆਫ ਆਵਰਸ ਦਾ ਪ੍ਰੋਗਰਾਮ ਰਿਕਾਰਡਡ ਨੇ ਡਾਇਬਟੀਜ਼ ਬਾਰੇ, ਉਹਨਾਂ ਨੂੰ ਦੇਖੋ। ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਨਾ ਕਈ ਵਾਰੀ ਲੋਕ ਸੋਚਦੇ ਹੋਣਗੇ ਕਈ ਵੀ ਆਹ ਜਿਹੜੇ ਬੰਦੇ 5-7 ਨੇ ਜਾਂ ਇਹ ਡਾਕਟਰ ਜਿਹੜੇ ਨੇ ਇਹਨਾਂ ਨੂੰ ਕੀ ਮਿਲਦਾ, ਸਾਨੂੰ ਇਹ 'ਚ ਕੁਛ ਸਾਨੂੰ ਸੈਟਿਸਫੈਕਸ਼ਨ ਮਿਲਦੀ ਹੈ ਕਿ ਐਜ਼ ਏ ਵਲੰਟੀਅਰ ਅਸੀਂ ਕੰਮ ਕਰਨੇ ਆ ਤਾਂ ਕਿ ਜਿਹੜਾ ਸਾਡਾ ਪ੍ਰੋਫੈਸ਼ਨ ਹੈ ਅਸੀਂ ਲਾਈਵਲੀਹੁੱਡ ਤੇ ਹੈ ਹੀ ਹੈ ਨਾਲ, ਪਰ ਜਿਹੜੀ ਰੀਜ਼ਨੇਬਲ ਤੇ ਓਨੈਸਟ
ਲਾਈਵਲੀਹੁੱਡ ਦੇ ਨਾਲ ਜਿਹੜੀ ਤੁਹਾਡੀ ਕੰਟਰੀਬਿਊਸ਼ਨ ਹੈ, ਤੁਸੀਂ ਓਵਰਆਲ ਜਿਹੜੀ ਹੈ ਨਾ ਸੁਸਾਇਟੀ ਦੀ ਇੰਪਰੂਵਮੈਂਟ ਵਿੱਚ ਹਿੱਸਾ ਪਾ ਰਹੇ ਹੋ, ਉਸ ਤੋਂ ਵੱਡਾ ਮੈਂ ਨਹੀਂ ਸਮਝਦਾ ਕੋਈ ਤੁਹਾਨੂੰ ਕੋਈ ਉਸ ਤੋਂ ਜ਼ਿਆਦਾ ਕੋਈ ਸਟਰੈਂਥ ਦੀ ਜ਼ਰੂਰਤ ਪੈਂਦੀ ਹੈ। ਦੈਟਸ ਯੂਅਰ, ਉਹ ਤੁਹਾਡੀ એનર્ਜੀ ਹੈ, ਉਹ ਤੁਹਾਡੀ ਆਕਸੀਜਨ ਹੈ। ਸੋ ਇਸੇ ਕਰਕੇ ਤੁਸੀਂ ਬਹੁਤ ਲੋਕ ਦੇਖੇ ਹੋਣਗੇ ਬਹੁਤ ਟਾਈਮ ਦੇ ਰਹੇ ਨੇ, ਤੇ ਮੈਂ ਕਿੰਨੇ ਡਾਕਟਰਾਂ ਨੂੰ ਜਾਣਨਾ ਕਿ ਉਹ ਬਹੁਤ ਆਪਣਾ ਟਾਈਮ ਕੱਢਦੇ ਨੇ ਤੇ ਆਪਣਾ ਜਿੱਥੇ ਬੈਠੇ ਨੇ, ਪਰ ਸ਼ੂਗਰ ਦੇ ਡਾਕਟਰ ਤੁਸੀਂ ਆਪ ਜਿਹੜਾ ਨਾ ਬਹੁਤ ਮਦਦ ਕਰ ਸਕਦੇ ਹੋ। ਜੀ ਬਿਲਕੁਲ ਜੀ, ਥੈਂਕ ਯੂ ਸੋ ਮਚ ਫॉर द ਇਨਫੋਰਮੇਸ਼ਨ। ਤੇ ਜਿੰਨੇ ਵੀ ਤੁਸੀਂ ਕੰਮ ਕਰਦੇ ਆ ਵੋਲੰਟੀਅਰ, ਚਾਹੇ ਤੁਸੀਂ UBC ਦੇ ਨਾਲ ਕੰਮ ਕਰਦੇ ਆ, ਚਾਹੇ ਤੁਸੀਂ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਆ, ਗਿਵਿੰਗ ਬੈਕ ਟੂ ਕਮਿਊਨਿਟੀ। ਸੋ ਇਨਫੋਰਮੇਸ਼ਨ ਜਿੰਨੀ ਹੋਵੇ ਉਨੀ ਥੋੜੀ ਹੁੰਦੀ ਹੈ। ਸੋ ਇਨਫੋਰਮੇਸ਼ਨ ਹਮੇਸ਼ਾ ਸਾਡੇ ਮੀਡੀਅਮ ਦੇ ਥਰੂ ਹਰ ਹਫਤੇ ਪਹੁੰਚਾਉਂਦੇ ਆ, ਉਹਦੇ ਲਈ ਵੀ ਤੁਹਾਡਾ ਬਹੁਤ ਬਹੁਤ ਥੈਂਕ ਯੂ। ਥੈਂਕ ਯੂ। ਸੋ ਡਾਕਟਰ ਚੀਮਾ ਜਿਸ ਤਰ੍ਹਾਂ ਲਗਾਤਾਰ ਦੱਸ ਰਹੇ ਨੇ ਕਿ ਅਸੀਂ ਇੱਥੇ ਇਸ ਮੀਡੀਆ ਪਲੇਟਫਾਰਮ ਤੇ ਇਹ ਨਹੀਂ ਕਹਿ ਰਹੇ ਕਿ ਤੁਸੀਂ ਆਪਣੇ ਖੁਦ ਦੇ ਡਾਕਟਰ ਬਣ ਜਾਓ। ਅਸੀਂ ਸਿਰਫ ਇਸ ਪਲੇਟਫਾਰਮ ਨੂੰ ਯੂਜ਼ ਕਰ ਰਹੇ ਹਾਂ ਇਨਫੋਰਮੇਸ਼ਨ ਪ੍ਰੋਵਾਈਡ ਕਰਨ ਦੇ ਲਈ। ਆਪਣੇ ਫੈਮਿਲੀ ਡਾਕਟਰ ਦੇ ਨਾਲ ਗੱਲਬਾਤ ਕਰੋ। ਹੋ ਸਕਦਾ ਹੈ ਕਿ ਤੁਹਾਡਾ ਫੈਮਿਲੀ ਡਾਕਟਰ ਡਿਫਰੈਂਟ ਤਰੀਕੇ ਦੇ ਨਾਲ ਇਲਾਜ ਕਰਦਾ ਹੋਵੇ, ਪਰ ਤਰੀਕਾ ਜਿਹੜਾ ਨੇ ਉਹ ਗਲਤ ਨਹੀਂ ਹੋ ਸਕਦਾ, ਡਿਫਰੈਂਟ ਹੋ ਸਕਦਾ। ਸੋ ਹਮੇਸ਼ਾ ਹੀ ਜਦੋਂ ਹੀ ਕੋਈ ਕਹਿੰਦਾ ਹੈ ਕਿ ਕਿਚਨ ਵਿੱਚ ਚੇਂਜਸ ਕਰੋ ਜਾਂ ਆਹ ਚੀਜ਼ ਰੋਜ਼ ਪੀਆ ਕਰੋ, ਪਤਾ ਨਹੀਂ ਉਹ ਤੁਹਾਡੇ ਇਮਿਊਨ ਸਿਸਟਮ ਦੇ ਲਈ ਵਧੀਆ ਹੋਵੇ ਜਾਂ ਨਹੀਂ ਹੋਵੇ, ਹਮੇਸ਼ਾ ਇੱਕ ਵਾਰ ਆਪਣੇ ਫੈਮਿਲੀ ਡਾਕਟਰ ਦੇ ਨਾਲ ਗੱਲ ਕਰੋ। ਜੇ ਤੁਹਾਨੂੰ ਕੋਈ ਬਿਮਾਰੀ ਹੈ, ਸ਼ੂਗਰ ਹੈ ਜਾਂ ਹੋਰ ਕੋਈ ਵੀ ਬਿਮਾਰੀ ਹੈ, ਤਾਂ ਟੈਸਟ ਜ਼ਰੂਰ ਕਰਾਓ। ਦੁਬਾਰਾ ਰੈਗੂਲਰਲੀ ਜਿਹੜੀਆਂ ਨੇ ਅਪਾਇੰਟਮੈਂਟਸ ਫਿਕਸ ਕਰੋ। ਰੈਗੂਲਰਲੀ ਦੇਖੋ ਕਿ ਅਸੀਂ ਕਿੱਥੇ ਖੜੇ ਹਾਂ, ਅਸੀਂ ਕਿਹੜੀਆਂ ਦਵਾਈਆਂ ਲੈ ਰਹੇ ਹਾਂ, ਪਰਿਵਾਰਕ ਮੈਂਬਰ ਕਿਹੜੀਆਂ ਦਵਾਈਆਂ ਲੈ ਰਹੇ ਨੇ, ਪਰਿਵਾਰ। ਕਿਉਂਕਿ ਅਸੀਂ ਜਦੋਂ ਹੈਲਥ ਦੀ ਗੱਲ ਕਰਦੇ ਹਾਂ ਇਸ ਹੈਲਥ ਸ਼ੋਅ ਦੇ ਵਿੱਚ, ਹੈਲਥ ਇਜ਼ ਮੋਰ ਦੈਨ ਇੰਪੋਰਟੈਂਟ। ਸਾਰੀਆਂ ਚੀਜ਼ਾਂ ਤੋਂ ਜ਼ਿਆਦਾ ਇੰਪੋਰਟੈਂਟ ਸਾਡੀ ਹੈਲਥ ਹੈ। ਸੋ ਹੈਲਥ ਦਾ ਧਿਆਨ, ਆਪਣੀ ਸਿਹਤ ਦਾ ਧਿਆਨ ਇਸੇ ਤਰ੍ਹਾਂ ਰੱਖਦੇ ਰਹੋ ਤੇ ਦੇਖਦੇ ਰਹੋ ਸਾਂਝਾ TV ਤੇ। ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।